वर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें है अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा श्री गुरपद अरविंद को ध्यान चढ़ावा भंग तजहा सयानप सर्ब को रपह एक प्रभ रंग श्री गुरपद अरविंद को। वाहिगुरु जी का खालसा वाहिगुरु जी की फतेह। धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। श्री गुरु ग्रंथ साहिब सच्चे पातशाह जी महाराज। सतगुरु जी दी साजी नवाजी गुरु रूप गुरु प्यारी गुरु सवारी साध संगत जीओ। आप जी बहुत ही कर्मां वाले वड्डियां भागां वाले वਡਭਾਗੀ हो जो धन धन श्री गुरु अर्जन देव महाराज जी दे पावन पवित्र स्थान विखे हाजरियां भर के गुरु महाराज जी ਦੀਆਂ खुशियां प्राप्त कर रहे हो। गुरु ग्रंथ साहिब महाराज जी ਦੀ पावन पवित्र हजूरी विच आप संगतां नितनेम नाल ही रोजाना ही जुड़दे हो। सतगुरु की धुर की बाणी सो दर रहरास साहिब बाणी दे जाप होए है। उस तो उपरंत गुरु चरणां विच अरदास होई। गुरु महाराज जी ने पावन पवित्र हुक्मनामे बख्शिश करके संगतां नूं निहाल सफला कीता है। सो साध संगत जी इस दे नाल ही जो श्री गुरु नानक देव महाराज जी का पावन पवित्र इतिहास आपां सरवण कर रहे हैं। हुण उस कथा का समा होया है। जिवें गुरु साहिब जी के संबंध विच ये जो रत्तड़ छत्तड़ पिंड दे विच फकीरी ते गद्दी ते सुभाएमान सी अब्दुल रहमान ते जिहदी अगे भी अज भी कहंदे भी गद्दी अगे भी चलदी आ रही है। ये अब्दुल रहमान फकीर कुछ हंकारी सी। मनता पूजना दे हंकार विच आया ही गुरु साहिब जी के संबंध विच कुछ उबारे खान गुरु के सिख ने उल्टा बोलिया। तो गुरु साहिब जी ने उबारे खान नूं जदों पुछया पहलां तो दसे ना फिर दसिया तो कहण लगा महाराज एवें वो बोल कबोल बोलदा है। जे आप जी कृपा करके उन्होंने मिलो एक कार तो आपे लज्जित शर्मिंदा होए।
ਗੁਰੂ ਸਾਹਿਬ ਜੀ ਸੁਣ ਕੇ ਫਿਰ ਤਿਆਰੀ ਕੀਤੀ। ਉਬਾਰੇ ਖਾਂ ਨੂੰ ਪਹਿਲਾਂ ਹੀ ਭੇਜ ਦਿੱਤਾ। ਬਾਅਦ ਵਿੱਚ ਗੁਰੂ ਮਹਾਰਾਜ ਭਾਈ ਬਾਲੇ ਨੂੰ ਲੈ ਕੇ ਆਪ ਚਲੇ ਗਏ। ਇਹ ਅੱਗੋਂ ਪਾਲਕੀ 'ਤੇ ਚੜ੍ਹਿਆ ਹੁੰਦਾ ਸੀ। ਜਦੋਂ ਇਹਦੇ ਸਿੱਖ ਸੇਵਕਾਂ ਨੇ ਗੁਰੂ ਸਾਹਿਬ ਜੀ ਨੂੰ ਆਉਂਦਿਆਂ ਦੇਖਿਆ ਅਤੇ ਇਹ ਸਤਿਕਾਰ ਨਾਲ ਉਤਰ ਗਿਆ ਪਹਿਲਾਂ ਹੀ। ਫਿਰ ਇਹਨੇ ਗੁਰੂ ਮਹਾਰਾਜ ਜੀ ਦੇ ਅੱਗੇ ਸਲਾਮ ਕੀਤੀ। ਮਹਾਰਾਜ ਜੀ ਦੇ ਹਸਤ ਕਮਲ ਫੜ ਕੇ ਇਹਨੇ ਚੁੰਮਣਾ ਕੀਤੇ ਅਤੇ ਗੁਰੂ ਸਾਹਿਬ ਜੀ ਨੂੰ ਕਹਿੰਦਾ ਵੀ ਸਭ ਗੁਰੂ ਨਾਨਕ ਸਾਹਿਬ ਤਾਂ ਜੀ ਖੈਰ ਸੁੱਖ ਹੈ। ਮਹਾਰਾਜ ਕਹਿੰਦੇ ਵੀ ਹਾਂਜੀ ਖੈਰ ਸੁੱਖ ਹੈ ਫਕੀਰ ਜੀ, ਅਤੇ ਖੈਰ ਸੁੱਖ ਨਹੀਂ ਵੀ ਹੈ। ਇਹਨੇ ਫੇਰ ਕਿਹਾ ਵੀ ਖੈਰ ਸੁੱਖ ਹੈ। ਮਹਾਰਾਜ ਕਹਿੰਦੇ ਹਾਂ ਖੈਰ ਹੈ ਸੁੱਖ ਹੈ, ਸੁੱਖ ਹੈ ਸੁੱਖ ਹੈ ਵੀ ਨਹੀਂ ਹੈ। 3 ਵਾਰੀ ਇਹਨੇ ਪੁੱਛਿਆ, 3 ਵਾਰੀ ਸਤਿਗੁਰੂ ਨੇ ਜਵਾਬ ਦਿੱਤਾ। ਫਿਰ ਕਹਿੰਦਾ ਮਹਾਰਾਜ ਮੈਨੂੰ ਬੜੀ ਅਚਰਜਤਾ ਵਾਲੀ ਗੱਲ ਜੀ ਆਈ ਮਨ 'ਚ ਵੀ ਇਹਦਾ ਮੈਂ ਅਰਥ ਕੀ ਕੱਢਾਂ ਵੀ ਖੈਰ ਸੁੱਖ ਹੈਗੀ ਹੈ ਕਿ ਜਾਂ ਨਹੀਂ ਹੈਗੀ, ਇਹਦਾ ਅਰਥ ਤੁਸੀਂ ਆਪ ਹੀ ਦੱਸੋ। ਮਹਾਰਾਜ ਕਹਿੰਦੇ ਵੀ ਅਬਦੁਲ ਰਹਿਮਾਨ ਫਕੀਰ ਉਂਝ ਤੇ ਸਭ ਤਰ੍ਹਾਂ ਨਾਲ ਖੈਰ ਸੁੱਖ ਹੀ ਹੈ, ਪਰ ਜਿਹੜਾ ਖੈਰ ਸੁੱਖ ਨਹੀਂ ਕਿਹਾ ਉਹਦਾ ਇਹ ਕਾਰਨ ਹੈ ਜੋ ਤੂੰ ਕਿਹਾ ਹੈ ਵੀ ਮੈਂ ਗੁਰੂ ਨਾਨਕ ਸਾਹਿਬ ਨੂੰ ਉਠਾ ਦਿਆਂਗਾ, ਕਰਤਾਰਪੁਰੋਂ ਕੱਢ ਦਿਆਂਗਾ। ਵੀ ਦੱਸ ਅਸਾਂ ਨੇ ਤੇਰਾ ਕੀ ਮੱਲਿਆ? ਤੇਰੀ ਜ਼ਮੀਨ ਜਾਇਦਾਦ ਮੱਲੀ ਹੈ, ਤੇਰਾ ਪੈਸਾ ਖੋਹ ਲਿਆ ਹੈ, ਅਤੇ ਕੀ ਕੀਤਾ ਅਸਾਂ ਨੇ? ਕੀ ਤੇਰੇ ਨਾਲ ਕੋਈ ਵੈਰ ਕੀਤਾ? ਅਤੇ ਤੂੰ ਕਿਸ ਕਰਕੇ ਨਿਸੰਗ ਹੋ ਕਿਵੇਂ ਕਹਿੰਦਾ ਵੀ ਮੈਂ ਕਰਤਾਰਪੁਰੋਂ ਕੱਢ ਦਿਆਂਗਾ? ਲੈ ਅਬਦੁਲ ਰਹਿਮਾਨ ਅਸੀਂ ਆਪ ਹੀ ਕਰਤਾਰਪੁਰੋਂ ਆ ਗਏ ਹਾਂ, ਤੂੰ ਆਪ ਹੀ ਉੱਥੇ ਕਬਜ਼ਾ ਕਰ ਲਾ, ਕਰਤਾਰਪੁਰ ਤੂੰ ਲੈ ਲਾ। ਇਹ ਕੁਝ ਸੁਣ ਕੇ ਕਹਿੰਦਾ ਵੀ ਮਹਾਰਾਜ ਮੈਂ ਤਾਂ ਇਹੋ ਜਿਹੀ ਗੱਲ ਕੋਈ ਕਹੀ ਨਹੀਂ ਹੈ। ਇਹ ਕੌਣ ਝੂਠ ਕਹਿੰਦਾ ਹੈ? ਕਿਹੜਾ ਝੱਖਾ ਮਾਰਦਾ ਹੈ? ਉਹ ਝੂਠ ਬੋਲਦਾ। ਉਹ ਵਾਰੇ ਖਾਂ ਉੱਥੇ ਖੜ੍ਹਾ ਸੀ। ਫਿਰ ਉਹ ਸੁਣ ਕੇ ਇਹਦਾ ਮੁਕਰਨਾ ਚਮਕਿਆ ਹੈ, ਵੀਰ ਰਸ ਵਿੱਚ ਆ ਗਿਆ ਵੀ ਤੂੰ ਕੱਲ੍ਹ ਕਹਿੰਦਾ ਨਹੀਂ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਮੈਂ ਜਦੋਂ ਮਿਲਿਆ ਕੱਢ ਕੇ ਰੱਖ ਦਿਆਂਗਾ, ਮੈਂ ਵੀ ਬੜਾ ਤਕੜਾ ਫਕੀਰ ਹਾਂ, ਉਠਾ ਦਿਆਂਗਾ ਉੱਥੋਂ ਕਰਤਾਰਪੁਰੋਂ। ਹੁਣ ਤੂੰ ਗੁਰੂ ਨਾਨਕ ਸਾਹਿਬ ਜੀ ਸਾਹਮਣੇ ਗੱਲ ਕਹਿ ਨਾ ਸਾਰੀ ਜੋ ਕੱਲ੍ਹ ਕਹੀ ਸੀ। ਇਹ ਕਹਿੰਦਾ ਉਹ ਚੁੱਪ ਕਰ ਤੂੰ, ਅਸੀਂ ਜਿਹੜੇ ਆ ਮੈਂ ਫਕੀਰ ਹੁੰਦਾ, ਗੁਰੂ ਨਾਨਕ ਸਾਹਿਬ ਜੀ ਤਪਾ ਹੁੰਦੇ ਅਤੇ ਸਾਡੀ ਆਪੋ ਆਪਣੀ ਗੱਲ ਵਿੱਚ ਸੀ। ਤੂੰ ਕੌਣ ਉਹਨਾਂ ਵਿੱਚ ਬੋਲਣ ਵਾਲਾ? ਤੇਰਾ ਕੋਈ ਕੰਮ ਨਹੀਂ ਵਿੱਚ ਬੋਲਣ ਦਾ। ਪਠਾਨਾ ਆਪਣੇ ਟਿਕਾਣੇ 'ਤੇ ਤੂੰ ਬੈਠਾ ਰਹੋ। ਇਵੇਂ ਬੋਲ ਜੇ ਬੋਲਿਆ ਹੈ, ਪਰ ਉਬਾਰੇ ਖਾਨ ਦੀ ਅਵਸਥਾ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਤਾਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਉਹ ਗਿਆਨੀ ਹੈ, ਉਹ ਡਰਿਆ ਨਹੀਂ। ਕਹਿੰਦਾ ਵੀ ਤੂੰ ਕੱਲ੍ਹ ਜਿਹੜੀ ਗੱਲ ਕੀਤੀ ਉਹ ਹੁਣ ਪੂਰੀ ਕਹਿ ਨਾ, ਹੁਣ ਕਿਉਂ ਮੁੱਕਰਦਾ? ਗੁਰੂ ਸਾਹਿਬ ਇਹ ਕੁਝ ਵੇਖ ਕੇ ਹੱਸੇ। ਫਿਰ ਇਹਨੂੰ ਅਬਦੁਲ ਰਹਿਮਾਨ ਨੂੰ ਕਿਹਾ ਵੀ ਵੇਖ ਤੈਨੂੰ ਤਾਂ ਗੁਰੂ ਹੀ ਕੱਚਾ ਮਿਲਿਆ ਹੈ। ਜਿਹਦਾ ਗੁਰੂ ਕੱਚਾ ਹੋਵੇ ਉਹ ਕੱਚੇ ਹੀ ਉਹਦੇ ਸਿੱਖ ਹੁੰਦੇ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ, ਅਤੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਕੱਚੇ ਗੁਰੂ ਤੋਂ ਮੁਕਤੀ ਨਹੀਂ ਹੁੰਦੀ। ਤੈਨੂੰ ਸਹੀ ਸਰੂਪ ਦੀ ਜਾਣਕਾਰੀ ਦਿੱਤੀ ਨਹੀਂ ਹੈ ਤੇਰੇ ਗੁਰੂ ਨੇ, ਤਾਂ ਹੀ ਤੂੰ ਇਹੋ ਜਿਹੀ ਨਿੰਦਾ ਭੰਡੀ ਕਰਦਾ ਹੈ। ਸੁਣ ਕੇ ਫਿਰ ਇਹ ਬੜਾ ਦੀਨ ਮਾਣਾ ਹੋਇਆ, ਚਰਨਾਂ ਦੇ ਢਹਿ ਪਿਆ। ਮਹਾਰਾਜ ਜੀ ਨੇ ਇਹਦੇ ਵੱਲ ਜਦੋਂ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਿਆ, ਇਹਨੂੰ ਨਿਹਾਲ ਕਰ ਦਿੱਤਾ। ਫਿਰ ਇਹ ਬੜਾ ਗੁਰੂ ਕਾ ਸਿੱਖ ਹੋਇਆ। ਅਬਦੁਲ ਰਹਿਮਾਨ ਮੱਥਾ ਟੇਕ ਕੇ ਅਤੇ ਇਹ ਕੁਝ ਦਿਨ ਰਹਿ ਗਏ ਕਰਤਾਰਪੁਰ। ਫਿਰ ਇਹ ਮੱਥਾ ਟੇਕ ਕੇ ਅਤੇ ਆਪਣੇ ਜਿੱਧਰ ਜਾਣਾ ਸੀ ਉੱਧਰ ਚਲਾ ਗਿਆ, ਕਿਉਂਕਿ ਗੁਰੂ ਸਾਹਿਬ ਜੀ ਦੇ ਪਾਸ ਹੀ ਗਏ ਸਨ। ਇੱਧਰ ਉਬਾਰੇ ਖਾਂ ਨੇ ਕਿਹਾ ਮਹਾਰਾਜ ਜੀ ਹੁਣ ਆਪ ਜੀ ਦਰਾਏ 'ਤੇ ਹੈਗੇ ਹੀ ਹੋ, ਮੇਰੇ ਘਰ ਵਿੱਚ ਚਰਨ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰੋ। ਗੁਰੂ ਸਾਹਿਬ ਜੀ ਦੀ ਬੇਨਤੀ ਸੁਣ ਕੇ 2 ਕੁ ਦਿਨ ਇੱਥੇ ਰਹੇ। ਇਹਨੇ ਬੜੇ ਪਿਆਰ ਨਾਲ ਸੇਵਾ ਕੀਤੀ ਹੈ, ਸਭ ਤਰ੍ਹਾਂ ਨਾਲ ਸੇਵਾ ਕਰਕੇ ਆਪਣਾ ਜਨਮ ਸਫਲਾ ਕੀਤਾ। ਉਹ ਪ੍ਰਸੰਗ ਆਪਾਂ ਜਿਹੜੇ ਕੱਲ੍ਹ ਵਿਸਥਾਰ ਨਾਲ ਸਰਵਣ ਕਰ ਹੀ ਲਿਆ ਸੀ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ ਨਵਾਂ ਪ੍ਰਸੰਗ, ਆਓ ਆਪਾਂ ਉਸ ਨੂੰ ਗੁਰੂ ਚਰਨਾਂ ਵਿੱਚ ਧਿਆਨ ਜੋੜ ਕੇ ਸੁਣੀਏ
ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰਪਦ ਅਰਬਿੰਦ ਕੋ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਆਪਣੇ ਵੱਲੋਂ ਗੁਰੂ ਦੇ ਚਰਨਾਂ ਦੇ ਧਿਆਨ ਦਾ ਪ੍ਰਤਾਪ ਦਾ ਮੰਗਲ ਕਰਦੇ ਹੈ। ਕਹਿੰਦੇ ਹੈ ਵੀ ਸ੍ਰੀ ਗੁਰੂ ਹੈ ਮਨਾ, ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲ ਹਨ, ਧਿਆਨ ਚੜਾਵੋ ਭੰਗ। ਜਿਹੜੇ ਗੁਰੂ ਦੇ ਚਰਨ ਕਮਲਾਂ ਦਾ ਧਿਆਨ ਕਰਨਾ ਇਹ ਹੈ ਭੰਗ, ਇਹ ਭੰਗ ਛਕਣੀ। ਜਿਵੇਂ ਭੰਗ ਪੀਣ ਵਾਲੇ ਭੰਗ ਘੋਟ ਕੇ ਪੀਂਦੇ ਤੇ ਐ ਮਸਤ ਹੋਏ ਰਹਿੰਦੇ ਹੈ, ਫਿਰ ਇਹਨਾਂ ਨੂੰ ਚੜ੍ਹਿਆ ਰਹਿੰਦਾ ਰੰਗ ਆਪਣਾ ਹੀ, ਆਪਣੀ ਮਸਤੀ 'ਚ ਰਹਿੰਦੇ ਹੈ। ਅਤੇ ਭਾਈ ਸੰਤੋਖ ਸਿੰਘ ਜੀ ਇਵੇਂ ਭੰਗ ਦਾ ਸੇਵਨ ਕਰਦੇ ਸੀ, ਜਿਸ ਕਰਕੇ ਇਸ ਪੱਖ ਨਾਲ ਹੀ ਵੀ ਕਿਤੇ ਉਹ ਛਕ ਛੁਕ ਲੈਂਦੇ ਸੀ, ਅਤੇ ਜਿਸ ਕਰਕੇ ਉਹਨਾਂ ਇੱਥੇ ਭੰਗ ਦਾ ਹੀ ਮੰਗਲ ਕਰ ਦਿੱਤਾ ਨਾਲ ਹੀ। ਅਤੇ ਇਹ ਸੁਣਾ ਕੇ ਵੀ ਮਨਾ ਉਹ ਭੰਗ ਕੀ ਹੈ ਭਲਾ, ਤੇ ਕੁਝ ਵੀ ਨਹੀਂ ਹੈ। ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਚਰਨ ਕਮਲ ਹੈ, ਉਹ ਚਰਨ ਕਮਲਾਂ ਦੇ ਧਿਆਨ ਦੀ ਜਿਹੜੀ ਭੰਗ ਹੈ ਇਹ ਛਕਣਾ ਕਰ ਆਪਣੇ ਮਨ ਨੂੰ ਚੜ੍ਹਾ ਕੇ। ਤਜਹੁ ਸਿਆਣਪ ਸਰਬ ਕੋ। ਜਿਹੜੀਆਂ ਸਾਰੀਆਂ ਸਿਆਣਪਾਂ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਜਿਹੜੀ ਇੱਕ ਵੀ ਨਹੀਂ ਨਾਲ ਜਾਣੀ ਹੈ। ਇਹ ਸਾਰੀਆਂ ਸਿਆਣਪਾਂ ਦਾ ਤਿਆਗ ਮੈਂ ਕਰਦਿਆਂ। ਰੱਬ ਹੋ ਏਕ ਪ੍ਰਭ ਰੰਗ। ਤੇ ਇੱਕ ਪ੍ਰਭੂ ਦੇ ਰੰਗ ਵਿੱਚ ਹੀ ਰੰਗਿਆ ਜਾਵਾਂ, ਇਹ ਰੰਗ ਮੈਨੂੰ ਚੜ੍ਹ ਜਾਏ। ਇੱਕ ਤੇ ਨਾ ਭੰਗ ਪੀ ਕੇ ਤੇ ਡਿੱਗੇ ਰਹਿਣਾ, ਉੱਠਣਾ ਹੀ ਨਾ, ਜਾਂਦੇ ਹਾਂ ਕਰਨੇ ਆ, ਇਵੇਂ ਉਹ ਪੀ ਕੇ ਤੇ ਬੇਹੋਸ਼ ਜਿਹੇ ਹੋਏ ਰਹਿਣਾ। ਇਹ ਕਹਿੰਦੇ ਵੀ ਇੱਥੇ ਕਿਹਾ ਨਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਕਮਲ ਹੈ, ਇਹ ਜਿਹੜਾ ਧਿਆਨ ਕਰਨਾ ਚਰਨ ਕਮਲਾਂ ਦਾ ਇਹ ਭੰਗ ਹੈ। ਇਸ ਭੰਗ ਨੂੰ ਚੜ੍ਹਾ ਕੇ ਹੇ ਮਨਾ, ਅਤੇ ਸਾਰੀਆਂ ਸਿਆਣਪਾਂ ਜਿਹੜੀਆਂ ਤੇਰੇ ਵਿੱਚੋਂ ਮੈਂ ਛੱਡ ਦਿਆਂ, ਅਤੇ ਇੱਕ ਪ੍ਰਭੂ ਦੇ ਰੰਗ ਵਿੱਚ ਹੀ ਮੈਂ ਰੰਗਿਆ ਜਾਵਾਂ। ਸ੍ਰੀ ਬਾਲਾ ਸੰਦਰ ਵਾਚ ਚੌਪਈ। ਸ੍ਰੀ ਅੰਗਦ ਜੀ ਸੁਨਹੁ ਕਹਾਣੀ। ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਅੰਗਦ ਦੇਵ ਮਹਾਰਾਜ ਜੀ ਪਰਮੇਸ਼ਰ ਰੂਪ ਜੀ ਸਤਿਗੁਰੂ ਜੀ ਦੀ ਜਿਹੜੀ ਅਗਲੀ ਕਥਾ ਕਹਾਣੀ ਹੈ ਉਹ ਵੀ ਬੜੇ ਵਿਸਥਾਰ ਨਾਲ ਸੁਣੋ। ਪ੍ਰੇਮ ਕਥਾ। ਰਹੇ ਗ੍ਰਾਮ ਨਿਜ ਸ੍ਰੀ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਇਵੇਂ ਜਿਹੜਾ ਅਬਦੁਲ ਰਹਿਮਾਨ ਨੂੰ ਨਿਹਾਲ ਕਰਕੇ, ਉਬਾਰੇ ਖਾਨ ਨੂੰ ਨਿਹਾਲ ਕਰਕੇ ਆਪਣੇ ਗ੍ਰਾਮ ਸ੍ਰੀ ਕਰਤਾਰਪੁਰ ਸਾਹਿਬ ਹੀ ਫਿਰ ਟਿਕੇ ਰਹੇ ਹੈ। ਬੀਤਤ ਭਇਓ ਕਿਤਕ ਤਹ ਕਾਲਾ। ਉੱਥੇ ਸ੍ਰੀ ਕਰਤਾਰਪੁਰ ਸਾਹਿਬ ਰਹਿੰਦਿਆਂ ਹੀ ਜਦੋਂ ਕੁਝ ਕੁ ਸਮਾਂ ਬਤੀਤ ਹੋਇਆ ਹੈ। ਮਹਿਮਾ ਜਹਾਂ ਤਹ ਬੜੀ ਵਿਸਾਲਾ। ਤੇ ਮਹਾਰਾਜ ਜੀ ਦੀ ਜਿਹੜੀ ਮਹਿਮਾ ਵਡਿਆਈ ਉਸਤਤੀ ਹੈ, ਕੀਰਤੀ ਹੈ, ਜਿੱਥੇ ਕਿੱਥੇ ਵੀ ਬਹੁਤ ਜ਼ਿਆਦਾ ਹੀ ਵੱਧ ਰਹੀ ਸੀ। ਦਰਸ਼ਨ ਕਰਨ ਹੇਤ ਨਰ ਆਵਹ। ਜਿਸ ਕਰਕੇ ਗੁਰੂ ਜੀ ਦੀ ਮਹਿਮਾ ਵਡਿਆਈ ਨੂੰ ਸੁਣ ਕੇ ਦਰਸ਼ਨ ਕਰਨ ਵਾਸਤੇ ਬਹੁਤ ਜਿਹੜੇ ਮਨੁੱਖ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਆਉਂਦੇ ਸਨ। ਧਰਾ ਕਾਮਨਾ ਫਲ ਕੋ ਪਾਵਹਿ। ਜਿਹੜੀ ਵੀ ਕਾਮਨਾ ਰੱਖਦੇ ਹੈ, ਇੱਛਾ ਰੱਖਦੇ ਹੈ ਵੀ ਆਹ ਸਾਨੂੰ ਪ੍ਰਾਪਤ ਹੋ ਜਾਏ, ਉਹੀਓ ਫਲ ਉਹ ਪਾ ਲੈਂਦੇ, ਲੱਭ ਲੈਂਦੇ ਗੁਰੂ ਦੇ ਦਰਸ਼ਨ ਕਰਕੇ। ਮਨਹ ਪ੍ਰਕਾਸ਼ੀ ਕੀਰਤ ਜੋਨਾ। ਗੁਰੂ ਸਾਹਿਬ ਜੀ ਦੀ ਜਿਹੜੀ ਕੀਰਤੀ ਵਡਿਆਈ ਹੈ, ਜਸ ਰੂਪੀ ਜਿਹੜੀ ਚਾਂਦਨੀ ਹੈ,
ਉਹ ਬੜੀ ਪ੍ਰਕਾਸ਼ ਰਹੀ ਐ। ਪਸਰੀ ਭਲੀ 14 ਭੌਨਾ 14 ਲੋਕਾਂ ਵਿੱਚ ਚੰਗੀ ਤਰ੍ਹਾਂ ਗੁਰੂ ਸਾਹਿਬ ਜੀ ਦੀ ਜਸ ਰੂਪੀ ਚਾਂਦਨੀ ਫੈਲ ਰਹੀ ਸੀ। ਸੰਤ ਚਕੋਰ ਹਿਰਦੇ ਹਰਖਾਏ ਜਿਹੜੇ ਸਿਮਰਨ ਵਾਲੇ ਸੰਤ ਹੈ ਉਹ ਚਕੋਰਾਂ ਦੀ ਨਿਆਈ ਹੋ ਕਰਕੇ ਜਿਵੇਂ ਚਕੋਰਾਂ ਚੰਦਰਮਾ ਦੀ ਚਾਂਦਨੀ ਦੇ ਨਾਲ ਬੜੇ ਪ੍ਰੇਮ ਕਰਦੀਆਂ, ਖੁਸ਼ ਹੁੰਦੀਆਂ, ਇਵੇਂ ਗੁਰੂ ਸਾਹਿਬ ਜੀ ਜਸ ਰੂਪੀ ਚਾਂਦਨੀ ਜਿਹੜੀ ਹੈ ਉਹ ਚਾਂਦਨੀ ਹੈ, ਅਤੇ ਸੰਤ ਜਿਹੜੇ ਚਕੋਰਾਂ ਦੀ ਨਿਆਈ ਉਸ ਚਾਂਦਨੀ ਨੂੰ ਦੇਖ ਦੇਖ ਕੇ ਬੜਾਰੇ ਦੇ ਵਿੱਚ ਖੁਸ਼ ਹੋ ਰਹੇ ਹੈ, ਪ੍ਰਸੰਨ ਹੋ ਰਹੇ ਹੈ। ਦੰਭ ਦੁਹਾਗਨ ਕੋ ਦੁਖਦਾਏ ਜਿਵੇਂ ਚੰਦਰਮਾ ਦੀ ਚਾਂਦਨੀ ਜਿਹੜੀਆਂ ਦੁਹਾਗਣਾ ਇਸਤਰੀਆਂ ਹੈ, ਛੁੱਟੜਾਂ ਹੈ, ਅਤੇ ਉਹਨਾਂ ਨੂੰ ਬੜੀ ਦੁਖਦਾਈ ਹੁੰਦੀ ਉਹ ਚੰਦਰਮਾ ਦੀ ਚਾਂਦਨੀ, ਉਹ ਇਕੱਲੀਆਂ ਹੋਣੀਆਂ ਕਰਕੇ। ਇਸ ਕਰਕੇ ਜਿਹੜੇ ਦੰਭ ਪਖੰਡੀ ਲੋਕ, ਪਖੰਡੀ ਜਿਹੜੀ ਦੁਹਾਗਣਾ ਦੀ ਨਿਆਈ ਹੈ, ਅਤੇ ਉਹ ਦੰਭ ਰੂਪ ਦੁਹਾਗਣਾ ਨੂੰ ਗੁਰੂ ਸਾਹਿਬ ਜੀ ਦੀ ਜਸ ਰੂਪੀ ਚਾਂਦਨੀ ਬੜੀ ਦੁਖਦਾਈ ਦੁੱਖ ਦੇ ਰਹੀ ਹੈ। ਨਿੰਦਕ ਚਕਵੇ ਪੀਰਾ ਪਾਈ ਗੁਰੂ ਘਰ ਦੇ ਨਿੰਦਕ ਚਕਵਿਆਂ ਦੀ ਨਿਆਈ, ਉਹਨਾਂ ਨੇ ਜਸ ਰੂਪ ਚਾਂਦਨੀ ਨੂੰ ਵੇਖ ਕੇ ਬੜੀ ਪੀੜਾ ਪਾਈ ਹੈ, ਬੜੇ ਉਹ ਦਰਦੀ ਹੋਏ, ਦਰਦ ਵਾਲੇ ਹੋਏ ਹੈ। ਉਡਗਨ ਸਿੱਖਨ ਸਹਿਤ ਸਹਾਈ ਸਿੱਖਾਂ ਰੂਪੀ ਤਾਰਿਆਂ ਦੇ ਨਾਲ ਸਤਿਗੁਰੂ ਜੀ ਦੀ ਜਸ ਰੂਪੀ ਚਾਂਦਨੀ ਬੜੀ ਸੁਹਾਈ ਹੈ, ਸੋਭਨੀਕ ਹੋ ਰਹੀ ਸੀ। ਹਿੰਦੂ ਤੁਰਕ ਅਧਿਕ ਚਲ ਆਵਹ ਭਾਵੇਂ ਕੋਈ ਹਿੰਦੂ ਹੋਵੇ, ਭਾਵੇਂ ਮੁਸਲਮਾਨ, ਸਭ ਬਹੁਤ ਚੱਲ ਚੱਲ ਕੇ ਜੱਥੇ ਬਣਾ ਕੇ ਸ੍ਰੀ ਕਰਤਾਰਪੁਰ ਸਾਹਿਬ ਆਉਂਦੇ ਸਨ। ਸ੍ਰੀ ਨਾਨਕ ਕੇ ਚਰਨ ਮਨਾਵਹ ਆਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਸੋਭਾ ਵਾਲੇ ਚਰਨਾਂ ਨੂੰ ਮਨਾਉਂਦੇ। ਏਕ ਮਰੀਦ ਸਿੱਖ ਇੱਕ ਹੋਵਹ ਇੱਕ ਜਿਹੜੇ ਮੁਸਲਮਾਨ ਆਉਂਦੇ ਉਹ ਗੁਰੂ ਕੋ ਸ਼ੁਭ ਉਪਦੇਸ਼ ਲੈ ਕੇ ਮਰੀਦ ਹੋ ਜਾਂਦੇ, ਇੱਕ ਜਿਹੜੇ ਹਿੰਦੂ ਆਉਂਦੇ ਉਹ ਸ਼ੁਭ ਉਪਦੇਸ਼ ਲੈ ਕੇ ਸਿੱਖ ਹੁੰਦੇ। ਦਰਸ਼ਨ ਪਰਸਤ ਕਲ ਮਲ ਖੋਵਹ ਦਰਸ਼ਨ ਗੁਰੂ ਕੇ ਕਰਕੇ ਚਰਨ ਪਰਸ ਕੇ ਛੋਹ ਕੇ ਵੱਜਰ ਪਾਪਾਂ ਨੂੰ, ਵੱਡੇ ਵੱਡੇ ਪਾਪਾਂ ਨੂੰ ਖੋਂਦੇ, ਨਾਸ ਕਰਦੇ ਸਨ। ਗ੍ਰਾਮ ਨਗਰ ਰਹੀ ਨਰ ਜੇਤੇ ਪਿੰਡਾਂ ਛੋਟਿਆਂ ਵਿੱਚ, ਵੱਡਿਆਂ ਸ਼ਹਿਰਾਂ ਵਿੱਚ ਜਿੰਨੇ ਵੀ ਮਾਈ ਭਾਈ ਰਹਿੰਦੇ ਸਨ, ਸ੍ਰੀ ਗੁਰ ਕੀਰਤ ਕਰਹੀ ਤੇਤੇ ਸਾਰੇ ਆਪੋ ਆਪਣੇ ਪਿੰਡਾਂ ਸ਼ਹਿਰਾਂ ਨਗਰਾਂ ਵਿੱਚ ਉਹਨੇ ਸਭ ਮਾਈ ਭਾਈ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਵਡਿਆਈ ਮਹਿਮਾ ਕਰਦੇ। ਬ੍ਰਹਮਚਾਰੀ ਬੈਰਾਗੀ ਜੋ ਬ੍ਰਹਮਚਾਰੀ ਵਿਦਿਆ ਪੜ੍ਹਨ ਵਾਲੇ, ਇੰਦਰੀਆਂ ਦਾ ਦਮਨ ਕਰਕੇ ਫਿਰ ਬੈਰਾਗੀ ਤਿਆਗੀ ਜੋ ਸਨ। ਜੋਗੀ ਸੰਨਿਆਸੀ ਹੈ ਕੋ ਭਾਵੇਂ ਕੋਈ ਕੰਨ ਪਾਟੇ ਜੋਗੀ ਹੋਵੇ, ਭਾਵੇਂ ਦੱਤਾਤਰੇय ਦੇ ਪੈਰੋਕਾਰ ਸੰਨਿਆਸੀ ਹੋਣ। ਨੀਚ ਕੇ ਊਚ ਰਾਏ ਕਾ ਰੰਕਾ ਨੀਚ ਜਾਤੀ ਦਾ, ਉੱਚੀ ਜਾਤੀ ਦਾ, ਰਾਜੇ ਤੇ ਕੰਗਾਲ, ਸਜਾਸ ਉਚਾਰਹ ਸਭ ਅਕਲੰਕਾ ਸਾਰੇ ਬੜਾ ਉੱਜਲ ਸ੍ਰੇਸ਼ਟ ਜਾਸੀ ਮਹਾਰਾਜ ਜੀ ਦਾ ਉਚਾਰਦੇ, ਜੋ ਕਲੰਕੰ ਬਿਨਾ ਨਿਹ ਕਲੰਕੀ ਸਰੂਪੇ ਹੈ। ਨਿਹ ਕਲੰਕ ਸਰੂਪ ਸਰ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਹਨ। ਪੰਡਤ ਅਪਰ ਅਪੰਡਤ ਜਹਾਂ ਤਹਾਂ ਪੰਡਿਤ ਵਿਦਵਾਨ ਵੀ, ਹੋਰ ਜਿਹੜੇ ਅਨਪੜ੍ਹ ਲੋਕ ਵੀ ਜਿੱਥੇ ਕਿੱਥੇ ਹਨ। ਸ੍ਰੀ ਗੁਰ ਕੀਰਤ ਕਰਹੀ ਮਹਾ ਮਹਾ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਕਰਦੇ ਐ ਧਰਤੀ ਤੇ ਰਹਿੰਦਿਆਂ ਹੋਇਆਂ। ਪੁਰ ਕਰਤਾਰ ਵਿਖੇ ਨਰ ਨਾਰੀ ਫਿਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਭ ਮਾਈ ਭਾਈ ਰਹਾ ਸਦੀਵ ਭੀਰ ਭਰ ਭਾਰੀ। ਕਰਤਾਰਪੁਰ ਸਾਹਿਬ ਵਿਖੇ ਮਾਈ ਭਾਈ ਦੀਆਂ ਔਰਤਾਂ ਮਰਦ ਗੁਰੂ ਕੇ ਸਿੱਖ ਸਿੱਖਣੀਆਂ ਦੀਆਂ ਸਦਾ ਹੀ ਬੜੀ ਜਿਹੜੀ ਭਾਰੀ ਭੀੜ ਹੈ ਉਹ ਭਰੀ ਰਹਿੰਦੀ ਹੈ ਦਰਸ਼ਨਾਂ ਵਾਸਤੇ। ਸਵਾ ਜਾਮਨ ਰਹੇ ਸਦਾਈ ਇੱਧਰ ਸਤਿਗੁਰੂ ਕੇ ਦਰਬਾਰਾਂ ਵਿੱਚ ਵੀ ਸਵਾ ਪਹਿਰ ਰਾਤ ਰਹਿੰਦਿਆਂ ਹਮੇਸ਼ਾ ਹੀ ਹੋਤ ਕੀਰਤਨ ਸਭ ਸੁਖਦਾਈ। ਸਾਰਿਆਂ ਨੂੰ ਸੁਖ ਦੇਣ ਵਾਲਾ ਕੀਰਤਨ ਹੁੰਦਾ, ਕਥਾ ਕੀਰਤਨ ਸੁਖਦਾਈ ਦੋਵੇਂ ਹੀ
ਜਿਹੜੇ ਗੁਰੂ ਘਰ ਕੀ ਮਰਿਆਦਾ ਹੁੰਦੇ ਐ। ਤਹਰ ਨਿਸਾ ਸੋ ਸੰਗਤ ਮੇਲਾ। ਜਦੋਂ ਪੈਰ ਕ ਰਾਤ ਰਹਿ ਜਾਂਦੀ, ਭਾਵ ਤੜਕੇ ਦੇ 3 ਕੁ ਵੱਜ ਜਾਂਦੇ, ਸੰਗਤ ਦਾ ਜਿਹੜਾ ਜੋੜ ਮੇਲਾ ਇਕੱਠ ਹੈ। ਸ਼ਬਦ ਵਿਚਾਰਨ ਹੋਤ ਸੁਹੇਲਾ। ਗੁਰੂ ਕੇ ਸ਼ਬਦਾਂ ਦੀ ਵਿਚਾਰ ਕਰਨ ਵਾਸਤੇ ਬੜਾ ਸੋਹਣਾ ਹੀ ਜੋੜ ਮੇਲਾ ਇਕੱਠ ਹੋ ਜਾਂਦਾ ਤੇ ਕਥਾ ਕੀਰਤਨ ਸੁਣਨ ਵਾਸਤੇ। ਏਕ ਬਾਲਕੋ ਕੀਰਤਨ ਕਾਲਾ। ਇੱਕ ਕਹਿੰਦੇ ਬੱਚਾ ਸੀ ਜਿਹੜਾ ਜਦੋਂ ਅੰਮ੍ਰਿਤ ਵੇਲੇ ਕੀਰਤਨ ਹੁੰਦਾ, ਕਥਾ ਹੁੰਦੀ, ਸਵਾ ਪਹਿਰ ਰਾਤ ਰਹਿੰਦਿਆਂ ਹੀ, ਤੇ ਉਦੋਂ ਇੱਕ ਸਮੇਂ ਇੱਕ ਬੱਚਾ ਛੋਟਾ ਜਿਹਾ ਕੀਰਤਨ ਵੇਲੇ ਹੀ ਸੁਣਤ ਰਹਿ ਕਰ ਪ੍ਰੇਮ ਵਿਸਾਲਾ। ਰੋਜ਼ ਹੀ ਆਉਂਦਾ ਤੇ ਸੁਣਦਾ ਰਹਿੰਦਾ, ਬਹੁਤਾ ਪ੍ਰੇਮ ਪਿਆਰ ਕਰਕੇ। ਪ੍ਰਭ ਪੀਛੇ ਠਾਂਡੇ ਹੋਇ ਸੋਏ। ਪਰ ਜਦੋਂ ਹੀ ਉਹ ਬੱਚਾ ਆਉਂਦਾ, ਗੁਰੂ ਨਾਨਕ ਸਾਹਿਬ ਜੀ ਦੇ ਪਿੱਛੇ ਖੜੋ ਕੇ ਉਹ ਸੁਣਦਾ ਕੀਰਤਨ ਕਥਾ। ਭੋਗ ਕੀਰਤਨ ਕੋ ਜਬ ਹੋਏ। ਜਦੋਂ ਫਿਰ ਕੀਰਤਨ ਦਾ ਭੋਗ ਪੈਣਾ ਹੁੰਦਾ, ਬੰਧਨ ਕਰਕੇ ਸਦਨ ਸਿਧਾਵਾ। ਉਹ ਕੀਰਤਨ ਦੇ ਭੋਗ ਦੀ ਸਮਾਪਤੀ ਤੋਂ ਬਾਅਦ ਮੱਥਾ ਟੇਕ ਕਰਕੇ ਗੁਰੂ ਸਾਹਿਬ ਜੀ ਨੂੰ ਮੈਂ ਪਿੱਛੋਂ ਹੀ ਤੇ ਆਪਣੇ ਘਰ ਨੂੰ ਚਲਿਆ ਜਾਂਦਾ। ਇਸ ਬਿਦ ਨਿਤਾ ਪ੍ਰਾਤ ਸੋ ਆਵੈ। ਇਸ ਤਰ੍ਹਾਂ ਸਵਾ ਪਹਿਰ ਰਾਤ ਰਹਿੰਦਿਆਂ ਹਮੇਸ਼ਾ ਹੀ ਉਹ ਜਿਹੜਾ ਬੱਚਾ ਹੈ ਰੋਜ਼ ਹੀ ਆਉਂਦਾ ਹੈ। ਜੋ ਭਾਈ ਮਣੀ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀ, ਜਿਹੜੀ ਭਾਈ ਗੁਰਦਾਸ ਜੀ ਨੇ ਸਿੱਖਾਂ ਦੇ ਨਾਮ ਲਿਖੇ 10ਵੀਂ ਵਾਰ ਵਿੱਚ ਭਗਤ ਮਾਲਾ, ਅਤੇ ਭਗਤਾਂ ਦੀ ਮਾਲਾ ਵਿੱਚ ਜਿਹਦੇ ਵਿੱਚ ਸਿਰਫ ਸਿੱਖਾਂ ਦੇ ਨਾਮ ਹੈ, ਅਤੇ ਭਾਈ ਮਣੀ ਸਿੰਘ ਜੀ ਨੇ ਉਹਦਾ ਅਨੁਵਾਦ ਟੀਕਾ ਕੀਤਾ ਇੱਕ ਉਸ ਇਕੱਲੀ ਵਾਰ ਦਾ ਹੀ, ਜਿਵੇਂ ਪਹਿਲੀ ਵਾਰ ਦਾ ਕੀਤਾ ਹੋਇਆ। ਉਹਦੇ ਵਿੱਚ ਉਸ ਬੱਚੇ ਦਾ ਨਾਮ ਤਾਰੂ ਪੋਪਟ ਕਰਕੇ ਲਿਖਿਆ ਹੈ। ਇੱਕ ਦਿਨ ਸ੍ਰੀ ਗੁਰਬੈਨ ਬਖਾਨੇ। ਇੱਕ ਦਿਨ ਦੀ ਗੱਲ ਹੈ ਵੀ ਸ੍ਰੀ ਗੁਰੂ ਸਾਹਿਬ ਜੀ ਨੇ ਇਹ ਬਚਨ ਕਹੇ ਸੰਗਤ ਨੂੰ ਵੀ ਜਿਹੜਾ ਬੱਚਾ ਰੋਜ਼ ਹੀ ਸਵਾ ਪਹਿਰ ਰਾਤ ਰਹਿੰਦਿਆਂ ਇੱਥੇ ਆਉਂਦਾ ਗੁਰੂ ਕਾ ਕੀਰਤਨ ਸੁਣਨਾ, ਕੀਰਤਨ ਕਥਾ ਸੁਣ ਕੇ ਤੇ ਕਥਾ ਕੀਰਤਨ ਦੀ ਸਮਾਪਤੀ ਤੋਂ ਬਾਅਦ ਜਿਹੜਾ ਘਰ ਚਲਿਆ ਜਾਂਦਾ ਹੈ ਵਾਪਸ। ਬਾਰਿਕ ਕੋ ਕਰ ਦੇਹੋ ਨਾ ਜਾਣੇ। ਇਹ ਉਹ ਹੁਣ ਜਦੋਂ ਅੱਜ ਕੱਲ੍ਹ ਸਵੇਰੇ ਤੜਕੇ ਹੀ ਆਏਗਾ, ਉਸ ਬੱਚੇ ਨੂੰ ਜਿਹੜਾ ਘਰ ਜਾਣ ਨਹੀਂ ਦੇਣਾ, ਸੰਗਤ ਜੀ ਨੂੰ ਜਾਣ ਨਾ ਦਿਓ। ਸਿੱਖਨ ਗਹਿ ਕਾ ਤਿਹਤ ਤਕਾਲਾ। ਉਸੇ ਤਰ੍ਹਾਂ ਕੀਤਾ ਅੰਮ੍ਰਿਤ ਵੇਲੇ ਸੁੰਦਰ ਦਰਬਾਰ ਦੀਵਾਨ ਸੱਜੇ ਸ੍ਰੀ ਕਰਤਾਰਪੁਰ ਸਾਹਿਬ, ਸਵਾ ਪਹਿਰ ਰਾਤ ਰਹਿੰਦਿਆਂ ਕੀਰਤਨ ਹੋਇਆ, ਕਥਾ ਹੋਈ। ਜਦੋਂ ਭੋਗ ਪੈਣ ਲੱਗਾ ਤੇ ਉਹ ਬੱਚਾ ਜਿਹੜਾ ਚੱਲਿਆ ਸੀ, ਸਿੱਖਾਂ ਨੇ ਉਸ ਬੱਚੇ ਨੂੰ ਫੜ ਕੇ ਬੜੀ ਛੇਤੀ ਨਾਲ ਉਸ ਵੇਲੇ ਠੰਡ ਕੀਨ ਹਦੂਰ ਕਿਰਪਾਲਾ। ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰੀ ਵਿੱਚ ਖੜਾ ਕਰ ਦਿੱਤਾ। ਦੋਹਰਾ ਬਾਲਕ ਕੋ ਭੋਜਨ ਕੀਓ। ਗੁਰੂ ਸਾਹਿਬ ਜੀ ਨੇ ਤਾਰੂ ਪੋਪਟ ਬੱਚੇ ਨੂੰ ਪੁੱਛਣਾ ਕੀਤਾ, ਕਿਉ ਨਿੰਦਰਾ ਕੋ ਤਿਆਗ। ਹੈ ਵੀ ਬੱਚੇ ਤੂੰ ਤੇ ਬਹੁਤ ਛੋਟਾ ਹੈ, ਇੰਨੀ ਤੜਕੇ ਨੀਂਦ ਨੂੰ ਛੱਡ ਕੇ ਸਵਾ ਜਾਮ ਨਿਸ ਰਹੇ ਤੇ। ਸਵਾ ਪਹਿਰ ਰਾਤ ਰਹੇ ਤੇ ਭਾਵ 2 ਸਵਾ 2 ਵਜੇ ਹੀ ਕਰ ਆਵਤ ਅਨਰਾਗ। ਬੜਾ ਪ੍ਰੇਮ ਪਿਆਰ ਕਰਕੇ ਰੋਜ਼ਾਨਾ ਨਿਤਨੇਮ ਨਾਲ ਹੀ ਗੁਰੂ ਦੀ ਸੰਗਤ ਵਿੱਚ ਆਉਣਾ ਕੀਰਤਨ ਸੁਣਨ ਵਾਸਤੇ। ਚੌਪਈ ਹਾਸ ਖੇਲ ਗੁਣ ਸਵਨ ਸੁਖਾਰੇ। ਹੈ ਵੀ ਬੱਚੇ ਜਿਹੜਾ ਹੁਣ ਆ ਉਮਰ ਹੁੰਦੀ ਬਾਲਕ ਅਵਸਥਾ, ਇਹਦੇ ਵਿੱਚ ਤੇ ਹੱਸਣਾ ਖੇਡਣਾ ਖਾਣਾ ਪੀਣਾ ਸੌਣਾ ਤੇ ਸੁੱਖ ਲੈਣੇ। ਬਾਲ ਬੈਸ ਮਹਿਨ ਤੋਂ ਪਿਆਰੇ। ਬਾਲਕ ਉਮਰਾਂ ਵਿੱਚ ਤੇ ਇਹਦੇ ਨਾਲ ਹੀ ਬੱਚੇ ਦਾ ਪਿਆਰ ਹੁੰਦਾ, ਦੋਵਾਂ ਚੌਵਾਂ ਚੀਜ਼ਾਂ ਦਾ ਵੀ ਹੱਸਣਾ ਖੇਡਣਾ ਸੌਣਾ ਤੇ ਖਾਣਾ ਪੀਣਾ। ਸੋ ਤਜ ਕਾ ਸਤ ਸੰਗਤ ਮਾਹੀ। ਉਹ ਜਿਹੜੇ ਬੱਚਿਆਂ ਵਾਲੇ ਕੰਮ ਹੈ, ਜਿਨ੍ਹਾਂ ਨਾਲ ਬੱਚਿਆਂ ਦਾ ਪ੍ਰੇਮ ਹੁੰਦਾ ਹੈ, ਉਹ ਤੂੰ ਛੱਡ ਕੇ ਤੇ ਗੁਰੂ ਕੀ ਸਤ ਸੰਗਤ ਵਿੱਚ ਆਵਤ ਵਕਤ ਕਸਾਵਤ ਨਾਹੀ। ਆਣ ਕੇ ਵੇਲੇ ਵਕਤ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੇ ਤੂੰ ਆਉਂਦਾ ਹੈ
ਤੇ ਕੁਸਾਵਤ ਨਹੀਂ। ਸਮਾਂ ਆਪਣਾ ਖਜਾਉਂਦਾ ਨਹੀਂ, ਖਸਾਉਂਦਾ ਨਹੀਂ, ਕਦੀ ਨਾਗਾ ਨਹੀਂ ਕਰਦਾ ਹੈ। ਬਾਲਕ ਤਬ ਹੀ ਦ્વੈ ਕਰ ਜੋਰੇ। ਤਾਰੂ ਜੋ ਬੱਚਾ ਭਾਵੇਂ ਛੋਟੀ ਉਮਰ ਹੀ ਹੈ ਪਰ ਬੁੱਧ ਬੜੀ ਵੱਡੀ ਹੈ। ਸਿੱਖਾਂ ਦਾ ਮਨ ਨੀਵਾ ਮੱਤ ਉੱਚੀ। ਮੱਤ ਉੱਚੀ ਹੁੰਦੀ ਗੁਰੂ ਕੇ ਸਿੱਖਾਂ ਦੀ। ਇਹ ਬਾਲਕ ਗੁਰੂ ਕਾ ਸਿੱਖ ਹੈ ਨਾ ਤਾਂ ਮੱਤ ਬੜੀ ਉੱਚੀ ਹੈ। ਤਦੋਂ ਦੋਵੇਂ ਹੱਥ ਕਰਕੇ ਜੇ ਦੋਵੇਂ ਹੱਥ ਜੋੜੇ ਐ। ਕਹਿਣ ਲੱਗਿਓ ਸੁਣੀਏ ਪ੍ਰਭ ਮੋਰੇ। ਕਹਿ ਲੱਗਾ ਗੁਰੂ ਨਾਨਕ ਸਾਹਿਬ ਮੇਰੇ ਪ੍ਰਭੂ ਜੀ ਮੇਰਾ ਬਚਨ ਸੁਣੀਏ। ਇੱਕ ਦਿਨ ਮਾਤਾ ਮੋਹੇ ਪਠਾਇਆ। ਮੇਰੇ ਪਾਸੋਂ ਸੁਣੀਏ ਵੀ ਮੇਰੀ ਇਹ ਲਗਨ ਕਿਵੇਂ ਲੱਗੀ ਹੈ। ਇੱਕ ਦਿਨ ਦੀ ਗੱਲ ਹੈ ਕਿ ਮੇਰੀ ਜਿਹੜੀ ਮਾਤਾ ਹੈ ਉਸ ਨੇ ਮੈਨੂੰ ਭੇਜਿਆ। ਖੇਤ ਆਹਾਰ ਪਾਵਕ ਮੰਗਵਾਇਆ। ਕਿਹਾ ਕਿ ਪੁੱਤਰ ਇਹ ਭੋਜਨ ਤਿਆਰ ਕਰਨਾ ਹੈ ਤੇ ਆਪਣੇ ਘਰ ਅੱਗ ਨਹੀਂ ਹੈ, ਇਸ ਕਰਕੇ ਅੱਗ ਲੈਣ ਵਾਸਤੇ ਮੈਨੂੰ ਕਿਸੇ ਗੁਆਂਢੀ ਦੇ ਘਰ ਭੇਜਿਆ ਤੇ ਅੱਗ ਨੂੰ ਮੰਗਵਾਇਆ। ਬਹੁਰ ਮੁਝ ਤੇ ਜਾਏ ਨਾ ਬਾਰੀ। ਫਿਰ ਮੈਨੂੰ ਮਾਤਾ ਜੀ ਕਹਿੰਦੇ ਪੁੱਤਰ ਤੂੰ ਅੱਗ ਬਾਲ। ਤੇ ਗੁਰੂ ਸਾਹਿਬ ਜੀ ਮੈਂ ਉਹ ਅੱਗ ਨੂੰ ਬਾਲਾਂ, ਬੜੀ ਕੋਸ਼ਿਸ਼ ਕਰਾਂ ਪਰ ਅੱਗ ਮੇਰੇ ਤੋਂ ਬਾਲੀ ਨਾ ਜਾਏ। ਤਬ ਮਾਤਾ ਆਸ ਗਿਰਾ ਉਚਾਰੀ। ਤਦੋਂ ਮਾਤਾ ਜੀ ਨੇ ਐਸਾ ਜਿਹੜਾ ਬਚਨ ਮੈਨੂੰ ਕਿਹਾ। ਛੋਟੀ ਸਮਦਾ ਉਪਰ ਪਾਏ। ਇਹ ਪੁੱਤਰ ਤਾਰੂ ਜਿਹੜੇ ਛੋਟੀਆਂ ਲੱਕੜਾਂ ਹੈ ਇਹ ਤੂੰ ਪਹਿਲਾਂ ਉੱਪਰ ਪਾ। ਤਿੰਨ ਪਰ ਦੀਰਘ ਦੀਜਾ ਲਾਏ। ਉਹਨਾਂ ਪਰ ਵੱਡੀਆਂ ਲੱਕੜਾਂ ਰੱਖ ਕੇ ਤੇ ਫਿਰ ਤੂੰ ਅੱਗ ਲਾ ਦੇ। ਸੁਨ ਕਾ ਸੀਖ ਬਾਰ ਮਹਦੀਨੀ। ਗੁਰੂ ਨਾਨਕ ਸਾਹਿਬ ਜੀ ਮਾਤਾ ਜੀ ਤੋਂ ਇਹ ਸਿੱਖਿਆ ਸੁਣ ਕੇ ਤੇ ਮੈਂ ਛੋਟੀਆਂ ਲੱਕੜਾਂ ਨੂੰ ਪਹਿਲਾਂ ਅੱਗ ਲਾਈ, ਫਿਰ ਵੱਡੀਆਂ ਉੱਤੇ ਰੱਖ ਦਿੱਤੀਆਂ, ਉਹਨਾਂ ਨੂੰ ਵੀ ਲੱਗ ਗਈ। ਇਵੇਂ ਅੱਗ ਮੈਂ ਬਾਲ ਦਿੱਤੀ। ਪਿਖ ਗਿਣਤੀ ਔਰ ਭਾਈ ਨਵੀਨੀ। ਜਦੋਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤੇ ਵੱਡੀਆਂ ਨੂੰ ਵੀ ਨਾਲ ਲੱਗ ਗਈ, ਉਸ ਵੇਲੇ ਇਹ ਅੱਗ ਬਲਦੀ ਵੇਖ ਕੇ ਮੇਰੇ ਹਿਰਦੇ ਵਿੱਚ ਐਵੇਂ ਗਿਣਤੀ ਹੋਈ, ਐਵੇਂ ਨਵੀਂ ਵਿਚਾਰ ਹੋਈ। ਅਗਨ ਕਾਲ ਕੋ ਏਕ ਸੁਭਾਉ। ਕਿ ਮਨਾਂ ਸਿਆਣਿਆਂ ਨੇ ਕਿਹਾ ਵੀ ਅੱਗ ਦਾ ਤੇ ਮੌਤ ਦਾ ਇੱਕੋ ਹੀ ਸੁਭਾਅ ਹੈ। ਛੋਟਾ ਵੱਡਾ ਨਾ ਜਾਣਤ ਕਾਉ। ਜਿਹੜੀ ਅੱਗ ਹੈ ਉਹ ਵੀ ਛੋਟਾ ਵੱਡਾ ਨਹੀਂ ਜਾਣਦੀ ਹੈ ਤੇ ਮੌਤ ਵੀ ਛੋਟਾ ਵੱਡਾ ਨਹੀਂ ਵੇਖਦੀ ਵੀ ਜੇ ਛੋਟਾ ਤੈਨੂੰ ਨਾ ਮਾਰਾਂ। ਮੌਤ ਵੀ ਉਹ ਆਪਣੀ ਮਰਜ਼ੀ ਦੀ ਮਾਲਕ ਹੈ। ਰਾਜਾ ਪਰਜਾ ਸਮ ਕਰ ਮਾਰੇ ਇੱਕ ਐਸੋ ਕਾਲ ਬਡਾਨੀ ਰੇ। ਉਹ ਨਹੀਂ ਵੇਂਦੀ ਇਹ ਰਾਜਾ ਹੈ, ਉਹ ਨਹੀਂ ਵੇਂਦੀ ਇਹ ਸਰਪੰਚ ਹੈ, ਉਹ ਨਹੀਂ ਵੇਂਦੀ DSP ਇਹਨੂੰ ਨਾ ਮਾਰਾਂ। ਸਭ ਨੂੰ ਬਰਾਬਰ ਕਰਕੇ ਮਾਰਦੀ ਛੋਟੇ ਵੱਡੇ ਨੂੰ। ਉਹ ਮੌਤ ਐਸੀ ਹੈ ਹਰੀ ਨਾਹੀ ਨਹਿ ਡਡਰੀ ਪੱਕੀ ਵੱਢਣ ਹਾਰ। ਲੈ ਲੈ ਦਾਤੀ ਪਹੁਤਿਆ ਵੀ ਜਿਹੜਾ ਹੁੰਦਾ ਨਾ ਫਸਲ ਵੱਢਣ ਵਾਲਾ ਤੇ ਉਹ ਕੀ ਕਰਦਾ ਹੈ, ਉਹ ਨਹੀਂ ਵੇਂਦਾ ਮਾਲਕ ਇਹ ਹਰੀ ਹੈ ਜਾਂ ਵੀ ਅੱਧੀ ਕੱਚੀ ਹੈ ਅੱਧੀ ਪੱਕੀ ਹੈ ਜਾਂ ਵੀ ਪੂਰੀ ਪੱਕ ਗਈ ਤਾਂ ਵੱਢਾਂ, ਉਹਦੀ ਮਰਜ਼ੀ ਹੈ ਜਦੋਂ ਮਰਜ਼ੀ ਵੱਢ ਲਏ। ਇਵੇਂ ਮੌਤ ਦਾ ਹਾਲ ਹੈ। ਉਹ ਨਹੀਂ ਵੇਂਦੀ ਛੋਟਾ ਹੈ, ਉਮਰ ਛੋਟੀ, ਚਲੋ 6 ਸਾਲਾਂ ਦਾ ਜਿਹੜਾ ਮਾਰੀਏ। ਮੌਤ ਕਈ ਜੰਮਦੇ ਨੂੰ ਲੈ ਜਾਂਦੀ, ਅੰਦਰੋਂ ਕਈ ਮਰੇ ਹੁੰਦੇ ਆ। ਐਵੇਂ ਗੁਰੂ ਸਾਹਿਬ ਜੀ ਮੈਂ ਜਾਣਿਆ ਉਹ ਨਵੀਂ ਵਿਚਾਰ ਮੇਰੇ ਹਿਰਦੇ ਵਿੱਚ ਹੋਈ ਵੀ ਮਨਾ ਅੱਗ ਦਾ ਤੇ ਕਾਲ ਮੌਤ ਦਾ ਇੱਕੋ ਹੀ ਸੁਭਾਅ ਹੈ। ਇਹ ਛੋਟਾ ਵੱਡਾ ਕੋਈ ਨਹੀਂ ਜਾਣਦੀ, ਦਬੋਚ ਲੈਂਦੀ ਹੈ। ਇੱਕ ਸਮ ਸਭ ਕੋ ਖਾਏ ਨਾ ਜਾਈ। ਇੱਕ ਬਰਾਬਰੀ ਸਾਰਿਆਂ ਨੂੰ ਖਾਈ ਜਾਂਦੀ ਇਹ। ਨਹ ਕਾਸੇ ਹੂੰ ਹੋਤ ਬਚਾਈ। ਕਦੀ ਵੀ ਇਸ ਮੌਤ ਤੋਂ ਜਿਹੜਾ ਬਚਾ ਨਹੀਂ ਹੁੰਦਾ। ਨਾ ਅੱਗ ਹੀ ਬਖਸ਼ਦੀ ਹੈ ਲੱਕੜਾਂ ਛੋਟੀਆਂ ਵੱਡੀਆਂ ਨੂੰ, ਨਾ ਮੌਤ ਹੀ ਬਖਸ਼ਦੀ ਹੈ ਛੋਟੇ ਵੱਡੇ ਨੂੰ। ਕਿਸੇ ਤਰ੍ਹਾਂ ਹੀ ਬਚਾ ਨਹੀਂ ਹੁੰਦਾ। ਤੁਮਰੇ ਦਰਸ਼ਨ ਕੇਰ ਪ੍ਰਭਾਵਾ। ਗੁਰੂ ਨਾਨਕ ਸਾਹਿਬ ਜੀ ਤੁਹਾਡੇ ਦਰਸ਼ਨਾਂ ਦਾ ਤੇ ਐਸਾ ਤੇਜ ਪ੍ਰਤਾਪ ਹੈ। ਆਸ ਵਿਚਾਰ ਮੇਰੇ ਮਨ ਆਵਾ। ਐਸਾ ਜਿਹੜਾ ਵਿਚਾਰ ਨਾ ਮੇਰੇ ਮਨ ਵਿੱਚ ਆਇਆ ਜੋ ਮੈਂ ਆਪ ਜੀ ਨੂੰ ਦੱਸਿਆ ਹੈ ਹੁਣੇ। ਸੰਗ ਮਾਤ ਕੇ ਆਸ ਮੈਂ ਪ੍ਰਾਹੀ। ਉਹ ਬੱਚਾ ਵੀ ਧਾਨੀ ਹੈ ਨਾ ਜਿਹਨੇ ਇੰਨਾ ਗਿਆਨ ਪਾ ਲਿਆ ਹੈ। ਇੱਥੇ ਤੇ ਕਹੀ ਜਾਣਗੇ ਹਜੇ ਜੀ ਛੋਟਾ ਹੈ, ਕੋਈ ਨਹੀਂ ਕਰ ਲੂਗਾ। ਹਜੇ ਇਹਦੀ ਉਮਰ ਹੀ ਕੀ ਹੈ, ਸਾਰੀ ਉਮਰ ਇਹੀ ਕੰਮ ਕਰਨਾ।
ਇਹ ਉਹ ਮਾਂ ਪਿਓ ਹੀ ਬੱਚਿਆਂ ਨੂੰ ਵਿਗਾੜੀ ਜਾਂਦੇ ਕਹਿ ਕਹਿ ਕੇ। ਸੰਗ ਮਾਤ ਕੇ ਅਸ ਮੈਂ ਪ੍ਰਾਹੀ। ਗੁਰੂ ਸਾਹਿਬ ਜੀ ਜਦੋਂ ਇਸ ਤਰ੍ਹਾਂ ਵਿਚਾਰ ਆਪ ਨੇ ਬਖਸ਼ੀ ਹੈ, ਮੈਂ ਫਿਰ ਮਾਤਾ ਨਾਲ ਇਸ ਤਰ੍ਹਾਂ ਬਚਨ ਕਿਹਾ। ਤਰਨ ਬੈਸ ਹੋਵੋ ਕੈ ਨਾਹੀ। ਇਹ ਮਾਤਾ ਜੀ ਇਹ ਮੌਤ ਦਾ ਕੀ ਪਤਾ ਹੈ। ਮਾਤਾ ਜੀ ਜਿਹੜੀ ਉਮਰ ਮੇਰੀ ਹੈ ਹੋ ਕੀ ਪਤਾ ਵੀ ਉਹ ਜਵਾਨ ਮੈਂ ਹੋਣਾ ਕਿ ਨਹੀਂ ਹੋਣਾ। ਕੋ ਜਾਣ ਲੱਗ ਹੀ ਮਰ ਜਾਵਾਂ। ਕੌਣ ਜਾਣੇ ਗੱਲ ਨੂੰ ਵੀ ਮੈਂ ਛੋਟਾ ਹੀ ਨਾ ਕਿਤੇ ਮਰ ਜਾਵਾਂ। ਇਸ ਗੱਲ ਨੂੰ ਵੀ ਕੌਣ ਜਾਣੇ ਤੇ ਵੀ ਛੋਟਾ ਹੀ ਮੈਂ ਮਰ ਜਾਵਾਂਗਾ। ਤਾਂ ਤੇ ਸ੍ਰੀ ਪ੍ਰਭ ਕੇ ਗੁਣ ਗਾਵਾਂ। ਇਸ ਕਰਕੇ ਮਾਤਾ ਜੀ ਕਿਉਂ ਨਾ ਮੈਂ ਸ੍ਰੀ ਗੁਰੂ ਪਰਮਾਤਮਾ ਦੇ ਗੁਣ ਗਾਵਾਂ। ਜਾਨ ਕਾਲ ਕੋ ਡਰ ਸਿਰ ਭਾਰੀ। ਇਸ ਤਰ੍ਹਾਂ ਸਤਿਗੁਰੂ ਜੀ ਮੈਂ ਆਪਣੇ ਸਿਰ ਉੱਪਰ ਕਾਲ ਦਾ ਬੜਾ ਭਾਰੀ ਡਰ ਜਾਣ ਕੇ ਹਰਿਓ ਰਹਾ ਮੈਂ ਸਰਨ ਤੁਮਾਰੀ। ਮੈਂ ਤੁਹਾਡੀ ਸ਼ਰਨ ਵਿੱਚ ਭਰਿਆ ਪਿਆ ਰਹਿੰਦਾ ਹਾਂ, ਰੋਜ਼ ਆਉਂਦਾ ਹਾਂ। ਤਜ ਕਾ ਨੀਂਦ ਸੁਨੋ ਪ੍ਰਭ ਗਾਥਾ। ਗੁਰੂ ਨਾਨਕ ਸਾਹਿਬ ਜੀ ਮੈਂ ਤੁਹਾਡੀ ਕਥਾ ਸੁਣਦਾ, ਮੈਂ ਕੀਰਤਨ ਸੁਣਦਾ, ਮੇਰੀ ਇਹ ਕਥਾ ਕਹਾਣੀ ਸੁਣੋ ਵੀ ਇਹ ਮੈਂ ਨੀਂਦ ਛੱਡ ਕੇ ਤਾਂ ਆਉਂਦਾ, ਰੋਜ਼ ਸੁਣੋ ਇਹ ਮੇਰਾ ਬਚਨ। ਇਹ ਤਾਂ ਕਰਕੇ ਆਉਂਦਾ ਵੀ ਕੀ ਪਤਾ ਕਿਸੇ ਦਿਨ ਮਰ ਜਾਵਾਂ ਤੇ ਜਵਾਨੀ ਆਉਣੀ ਕਿ ਨਹੀਂ ਆਉਣੀ ਹੈ, ਬਚਪਨ 'ਚ ਨਹੀਂ ਮਰ ਜਾਣਾ ਹੈ, ਫਿਰ ਕਾਹਨੂੰ ਸਮਾਂ ਗਵਾਉਣਾ। ਤਾਂ ਕਰਕੇ ਮਹਾਰਾਜ ਮੈਂ ਨੀਂਦ ਛੱਡ ਕੇ ਆਉਣਾ। ਤੇ ਇਹ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵੀ ਇਹੀ ਅਕਲ ਮੱਤ ਦੇਣ। ਅਸ ਕਹਿ ਪੁਨ ਬੰਦੇ ਜਗਨਾਥਾ। ਇਸ ਤਰ੍ਹਾਂ ਕਹਿ ਕੇ ਜਗਤ ਦੇ ਮਾਲਕ ਸਤਿਗੁਰੂ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਬੱਚੇ ਤਾਰੂ ਪੋਪਟ ਨੇ ਚਰਨ ਬੰਦੇ ਹੈ, ਮੱਥਾ ਟੇਕਿਆ ਹੈ। ਤਿਹ ਛਿਨ ਸੰਗਤ ਸੁਨ ਸਿਸ ਬਾਣੀ। ਉਸ ਸਮੇਂ ਜਿਹੜੀ ਸੰਗਤ ਬੈਠੀ ਸੀ ਗੁਰੂ ਹਜ਼ੂਰੀ ਵਿੱਚ ਸੁਣ ਕੇ ਇਸ ਤਾਰੂ ਬੱਚੇ ਦੀ ਬਾਣੀ ਬਚਨ ਸਰਬ ਰਹੀ ਹਿਰਦੇ ਬਿਸਮਾਨੀ। ਸਾਰਿਆਂ ਦੇ ਹਿਰਦੇ ਵਿੱਚ ਬੜੀ ਅਚਰਜੀ ਜਿਹੜੀ ਹੈ ਹੈਰਾਨੀ ਹੋ ਰਹੀ ਹੈ। ਅਲਪ ਬੈਸ ਸਤ ਸੰਗ ਮਝਾਰੀ। ਕਹਿੰਦੇ ਵੇਖੋ ਵੇਖੋ ਜੀ ਆ ਛੋਟਾ ਜਿਹਾ ਬੱਚਾ ਤੇ ਸਤ ਸੰਗਤ ਵਿੱਚ ਨਿਰਮਲ ਕੀਨੀ ਸਮਤ ਵਿਚਾਰੀ। ਛੋਟੀ ਉਮਰ ਹੈ, ਸਤ ਸੰਗਤ ਵਿੱਚ ਰੋਜ਼ ਆਉਂਦਾ ਹੈ, ਨਿਰਮਲ ਕੀਨੀ ਸਮਤ ਵਿਚਾਰੀ। ਇਹਨੇ ਆਪਣੀ ਵੇਖੋ ਜਿਹੜੀ ਸਮਤ ਹੈ ਕਿੰਨੀ ਨਿਰਮਲ ਕੀਤੀ ਹੋਈ ਹੈ ਤੇ ਵਿਚਾਰੀ ਇਹਨੇ ਸੋਚ ਕਿੰਨੀ ਆਪਣੀ ਜਿਹੜੀ ਹੈ ਮਹਾਨ ਕੀਤੀ ਹੋਈ, ਵਿਚਾਰ ਕਿੰਨੀ ਉੱਚੀ ਕੀਤੀ ਹੋਈ ਹੈ। ਦੇਖ ਜਗਤ ਧੰਦਾ ਲਪਟਾਇਓ। ਸਤਿਗੁਰੂ ਜੀ ਨੇ ਵੀ ਸਾਰਾ ਜਿਹੜਾ ਸੰਸਾਰ ਹੈ ਧੰਦੇ ਵਿੱਚ ਹੀ ਲਪਟਿਆ ਹੋਇਆ ਦੇਖ ਕੇ ਮਾਇਆ ਮੋਹ ਸਰਬ ਬਿਰਮਾਇਓ। ਵੀ ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ। ਮਨੁੱਖ ਦੀ ਤੇ ਇਹੀ ਹਾਲਤ ਹੈ ਨਾ, ਸਾਰਾ ਜਗਤ ਦੀ ਧੰਦੇ ਵਿੱਚ ਲਪਟਿਆ ਹੋਇਆ ਦੇਖ ਕੇ ਦੇਨੇ ਹੇਤ ਭਲੋ ਉਪਦੇਸਾ। ਵੀ ਮਾਇਆ ਦੇ ਮੋਹ ਵਿੱਚ ਹੀ ਸਾਰਾ ਇਹ ਜਿਹੜਾ ਹੈ ਭਰਮਿਆ ਹੋਇਆ ਸੰਸਾਰ ਦੇ ਇਸ ਸਤਿਗੁਰੂ ਜਿਵੇਂ ਚੰਗਾ ਉਪਦੇਸ਼ ਦੇਣ ਵਾਸਤੇ ਸਿੱਖਾਂ ਨੂੰ ਵੀ ਭਨਿਆ ਸ਼ਬਦ ਤਬ ਸ੍ਰੀ ਜਗਤੇਸਾ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਰਾਮ ਕਲੀ ਕੀ ਵਾਰ ਵਿੱਚ ਸ਼ਬਦ ਆਉਂਦਾ ਹੈ ਉਚਾਰਨ ਕੀਤਾ। ਸਲੋਕ ਨਾਨਕ ਇਹੋ ਜਿਉ ਮਛਲੀ। ਗੁਰੂ ਮਹਾਰਾਜ ਕਹਿਣ ਲੱਗੇ ਕਿ ਹੇ ਭਾਈ ਇਹ ਜਿਹੜਾ ਜੀਵ ਹੈ ਇਹ ਮਛਲੀ ਦੀ ਨਿਆਈ ਹੈ। ਜੀਵਰ ਤ੍ਰਿਸ਼ਨਾ ਕਾਲ। ਅਰਥ ਵਾਸਤੇ ਕਰ ਲੈਣਾ ਵੀ ਨਾਨਕ ਇਹੋ ਜੀਓ ਤ੍ਰਿਸ਼ਨਾ ਮਛਲੀ। ਇਹ ਜਿਹੜਾ ਜੀਵ ਹੈ ਇਹ ਤ੍ਰਿਸ਼ਨਾਲੂ ਹੈ, ਤ੍ਰਿਸ਼ਨਾਲੂ ਹੋਣ ਕਰਕੇ ਮਛਲੀ ਦੀ ਨਿਆਈ ਹੈ। ਜਿਵੇਂ ਮਛਲੀ ਉਹ ਪਾਣੀ 'ਚ ਕਿੰਨੇ ਆਨੰਦ ਮਾਣਦੀ ਹੈ, ਜਦੋਂ ਝੀਵਰ ਕੁੰਡੀ ਨੂੰ ਗਡੋਆ ਲਾ ਕੇ ਵਿੱਚ ਸੁੱਟਦਾ ਪਾਣੀ ਵਿੱਚ, ਉਹ ਤ੍ਰਿਸ਼ਨਾਲੂ ਹੋਣੇ ਕਰਕੇ ਰਸ ਕਰਕੇ ਜ਼ਬਾਨ ਦੇ ਕੁੰਡੀ ਦੇ ਵਿੱਚੋਂ ਗਡੋਇਆ ਲਾਉਣ ਨੂੰ ਫਿਰਦੀ ਅਤੇ ਕੁੰਡੀ ਵਿੱਚ ਮੂੰਹ ਪਾ ਲੈਂਦੀ। ਕੁੰਡੀ ਉਹਦੇ ਸੰਗ ਵਿੱਚ ਜਾ ਕੇ ਅੜ ਜਾਂਦੀ ਹੈ, ਜਿਹਦੇ ਕਰਕੇ ਮਛਲੀ ਤੜਫਦੀ, ਉਹ ਝੀਵਰ ਖਿੱਚ ਲੈਂਦਾ ਬਾਹਰ, ਕੁੰਡੀ ਕੱਢ ਲੈਂਦਾ ਅਤੇ ਉੱਦਾਂ ਹੀ ਪਈ ਰਹਿੰਦੀ ਹੈ। ਫਿਰ ਉਹ ਬੜੀ ਤੜਫਦੀ ਐਵੇਂ ਮਰ ਜਾਂਦੀ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਨਾਨਕ ਇਹੋ ਜੀਓ ਤ੍ਰਿਸ਼ਨਾ ਮਛਲੀ, ਅਰਥ ਵਾਸਤੇ ਅਨਵੇਂ ਕਰਨਾ, ਇਹ ਜੀਵ ਜਿਹੜਾ ਤ੍ਰਿਸ਼ਨਾਲੂ ਹੈ ਮਾਇਆ ਦਾ, ਜਿਸ ਕਰਕੇ ਮਛਲੀ ਦੀ ਨਿਆਈ ਹੈ। ਮਨਵਾ ਅੰਧ ਝੀਵਰ ਕਾਲ
ਤੇ ਜਿਹੜਾ ਕਾਲ ਹੈ, ਮੌਤ ਹੈ, ਇਹ ਝੀਵਰ ਹੈ, ਇਹ ਮਹਿਰਾ ਹੈ। ਇਸ ਜੀਵ ਰੂਪੀ ਮਛਲੀ ਨੂੰ ਕੁੰਡੀ ਲਾਉਣ ਵਾਲਾ ਮਨਵਾ ਅੰਧ ਨਾ ਚੇਤਈ। ਮਨ ਦਾ ਅੰਧਾ ਇਹ ਜੀਵ ਅਗਿਆਨੀ ਕਦੀ ਰੱਬ ਨੂੰ ਚੇਤੇ ਨਹੀਂ ਕਰਦਾ। ਬੜਾ ਅਚਿੰਤਾ ਜਾਲ। ਇਹਦੀਆਂ ਇਸੇ ਕਮੀਆਂ ਕਰਕੇ ਇੱਕ ਦਿਨ ਅਚਨਚੇਤ ਇਹਨੂੰ ਐਸਾ ਜਾਲ ਪਊਗਾ ਵੀ ਇਹਨੂੰ ਉਹ ਕਾਲ ਲੈ ਜਾਏਗਾ। ਫਿਰ ਉਹ ਝੀਵਰ, ਕਾਲ ਰੂਪੀ ਝੀਵਰ ਦਾ ਜਾਲ ਪਵੇਗਾ, ਇਹ ਚਲਿਆ ਜਾਏਗਾ ਅਚਨਚੇਤ ਹੀ। ਫਿਰ ਉੱਤੋਂ ਹੀ ਆ ਕੇ ਪਏਗਾ। ਜਿਵੇਂ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਤੇ ਉਹ ਵੀ ਹੰਝ ਕਹੀਏ ਜੀਵ ਨੂੰ, ਇਹ ਬਗਲੇ ਨੂੰ ਅਚਿੰਤੇ ਹੀ ਆ ਕੇ ਬਾਜ ਪੈ ਜਾਂਦੇ ਹੈ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜੋ ਮਨ ਚੇਤੇ ਨਾ ਚੇਤੇ ਸਨ, ਸੋ ਗੱਲ ਹੀ ਰੱਬ ਕੀਆਂ। ਜਿਹੜੀਆਂ ਗੱਲਾਂ ਚੇਤੇ ਨਹੀਂ ਸਨ, ਉਹ ਜੀਵ ਨੂੰ ਫਿਰ ਉਹ ਰੱਬ ਉਹ ਗੱਲਾਂ ਕਰ ਦਿੰਦਾ। ਅਚਨਚੇਤ ਹੀ ਆ ਕੇ ਜਾਲ ਪੈ ਜਾਂਦਾ। ਲੋਕ ਕਹਿੰਦੇ ਤੇ ਚੰਗਾ ਭਲਾ ਸੀ, ਰਾਤੀ ਮੈਨੂੰ ਮਿਲਿਆ, ਹੁਣ ਪਤਾ ਨਹੀਂ ਕੀ ਹੋ ਗਿਆ, ਦਰਿਆ ਹੀ ਨਹੀਂ ਆਉਂਦੇ। ਇਵੇਂ ਪੜੇ ਅਚਿੰਤਾ ਜਾਲ। ਅਚਨਚੇਤ ਹੀ ਕਾਲ ਰੂਪੀ ਝੀਵਰ ਦਾ ਨੂੰ ਜਾਲ ਪਏਗਾ ਅੰਨੇ ਅਗਿਆਨੀ ਜੀਵ ਨੂੰ। ਨਾਨਕ ਚੇਤ ਚੇਤ ਹੈ। ਨਾਨਕ ਮਹਾਰਾਜ ਕਹਿੰਦੇ, ਇਹ ਜਿਹੜਾ ਹਿਰਦਾ ਨਾ ਜੀਵ ਦਾ ਅਚੇਤ, ਭੁੱਲਿਆ ਹੋਇਆ ਰੱਬ ਤੋਂ, ਚੇਤੇ ਤੋਂ ਰਹਿਤ ਹੋਇਆ, ਚੇਤੇ ਨਹੀਂ ਕਰਦਾ। ਚਿੰਤਾ ਬੱਧਾ ਜਾਏ। ਕੋਈ ਨਹੀਂ ਚੇਤੇ ਕਰਦਾ। ਤੇ ਇੱਕ ਦਿਨ ਇਹ ਵੀ ਚਿੰਤਾ ਦਾ ਬੱਧਾ ਹੋਇਆ, ਮੌਤ ਦੀ ਚਿੰਤਾ ਦਾ ਬੱਧਾ ਹੋਇਆ ਹੀ ਇਹ ਜਾਏਗਾ। ਇਹ ਫਿਰ ਉਹ ਪਰਲੋਕ ਵਿੱਚ ਮਾਰ ਖਾਂਦਾ ਹੀ ਬੱਧਾ ਜਾਏਗਾ। ਧਰਮ ਰਾਜੇ ਦੇ ਜਾਮੇ ਨੂੰ ਫੜ ਕੇ ਲੈ ਜਾਣਗੇ। ਉਹ ਵੀ ਕਹਿਣਗੇ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਉਹ ਦੁਨੀਆਦਾਰੇ ਵਾਲਿਆ, ਉਦੋਂ ਤੂੰ ਹਰ ਗੱਲ 'ਤੇ ਇਹ ਗੱਲ ਕਹਿਣਾ ਹੁੰਦਾ ਸੀ ਵੀ ਆਹ ਕੰਮ ਕਰੋ, ਆਹ ਕਰੋ। ਤੂੰ ਕਹਿੰਦਾ ਦੁਨੀਆਦਾਰੀ ਹੈ ਜੀ, ਕੀ ਕਰੀਏ, ਕਰਨਾ ਪੈਂਦਾ। ਅਤੇ ਮਹਾਰਾਜ ਕਹਿੰਦੇ ਆ, ਵੱਡਾ ਹੋਆ ਦੁਨੀਦਾਰ। ਆ ਜਿਹੜਾ ਵੱਡਾ ਦੁਨੀਆਦਾਰ ਸੀ ਨਾ ਬਣਿਆ ਹੋਇਆ, ਉਹ ਗਲ ਸੰਗਲ ਘੱਤ ਚਲਾਇਆ। ਸੰਗਲ ਫਿਰ ਗਲ 'ਚ ਪਾ ਕੇ ਧੂੰਦੇ ਦੇ ਖਿੱਚਦੇ ਆ। ਚਿੰਤਾ ਬੱਧਾ ਜਾਏ, ਚਿੰਤਾ ਹੀ ਬੱਧਾ ਜਾਏਗਾ ਪਰਲੋਕ ਵਿੱਚ। ਨਦਰ ਕਰੇ ਜੇ ਆਪਣੀ। ਹਾਂ ਵੀ ਜੇ ਪਰਮੇਸ਼ਰ ਵਾਹਿਗੁਰੂ ਨਦਰੀ ਪਰਮਾਤਮਾ ਆਪਣੀ ਨਦਰ ਕਰੇ, ਤਾਂ ਆਪੇ ਲਏ ਮਿਲਾਏ। ਤਾਂ ਉਹ ਆਪੇ ਆਪਣੀ ਨਦਰ ਕਰਕੇ ਆਤਮ ਸਰੂਪ ਨਾਲ ਮਿਲਾ ਲੈਂਦਾ ਹੈ। ਸੱਚ ਸਰੂਪ ਬ੍ਰਹਮ ਸਰੂਪ ਨਾਲ ਮਿਲਾ ਲੈਂਦਾ, ਜਿਨ੍ਹਾਂ 'ਤੇ ਉਹ ਨਦਰ ਕਰ ਦੇਵੇ। ਨਦਰ ਕਿਹਨਾਂ 'ਤੇ ਕਰਦਾ? ਜਿਹੜੇ ਝੁਕਦੇ ਮਹਾਰਾਜ ਚਰਨਾਂ 'ਚ ਆ ਕੇ। ਦੋਹਰਾ ਸੁਣ ਸਭ ਨਰ ਗੁਰ ਕੇ ਬਚਨਾ। ਸੁਣ ਸਾਸ ਜਿਹੜੇ ਸੰਗਤ ਵਿੱਚ ਮਾਈ ਭਾਈ ਬੈਠੇ ਸੀ, ਸਤਿਗੁਰੂ ਜੀ ਦੇ ਬਚਨ ਸੁਣ ਕੇ ਭਏ ਭਜਨ ਰਤ ਸੋਏ। ਇਹ ਵਿਰਾਗ ਦੇ ਬਚਨ ਸੁਣ ਕੇ ਭਜਨ ਪ੍ਰੀਤੀ ਕਰਨ ਵਾਲੇ ਸਾਰੇ ਹੋ ਗਏ ਉਸੇ ਵੇਲੇ। ਆਤਮ ਗਿਆਨ ਵਿਚਾਰਹੀ। ਆਤਮਾ ਪਰਮਾਤਮਾ ਇੱਕੋ ਕਰੇ ਵੀ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਗਿਆਨ ਨੂੰ ਵਿਚਾਰਨ ਲੱਗੇ। ਜਿਸ ਤੇ ਸਭ ਸੁਖ ਹੋਏ। ਜਿਸ ਇਸ ਆਤਮ ਗਿਆਨ ਦੀ ਵਿਚਾਰ ਨਾਲ ਸਾਰੇ ਸੁਖ ਭਾਈ ਹੁੰਦੇ ਆ ਤੇ ਉਹਨਾਂ ਨੂੰ ਹੋਏ ਹੈ। ਜੋ ਪਈ ਕਿਰਪਾ ਦ੍ਰਿਸ਼ਟ ਕਰਿਓ ਜਗ ਸਾਈ। ਕਿਰਪਾ ਦੀ ਦ੍ਰਿਸ਼ਟੀ ਕਰਕੇ ਉਹ ਜਗਤ ਦੇ ਸਾਈਂ ਗੁਰੂ ਨਾਨਕ ਸਾਹਿਬ। ਮਨਜ ਅਨੇਕਨ ਭਗਤ ਦ੍ਰਿੜਾਈ। ਅਨੇਕਾਂ ਹੀ ਮਨੁੱਖਾਂ ਨੂੰ ਪ੍ਰੇਮਾ ਭਗਤੀ ਪਰਮੇਸ਼ਰ ਦੀ ਪੱਕਿਆਂ ਕੀਤੀ ਹੈ। ਕਰਤਾਰਪੁਰ ਸਾਹਿਬ ਰਹਿੰਦਿਆਂ ਤੇ ਦੇਸ਼ਾਂ ਵਿਦੇਸ਼ਾਂ 'ਚ ਰਟਨ ਕਰਕੇ ਵੀ। ਇੱਕ ਦਿਨ ਬੈਠੇ ਜਲਦ ਬੇਕੋ। ਇੱਕ ਦਿਨ ਦੀ ਗੱਲ ਹੈ, ਗਿਆਨ ਦੇ ਸਮੁੰਦਰ ਸਤਿਗੁਰੂ ਜੀ ਮੌਜ ਵਿੱਚ ਹੀ ਆ ਕੇ ਬੈਠੇ ਹੋਏ ਸਨ। ਮੂਲਾ ਕੀੜ ਨਾਮ ਨਰ ਏਕੋ। ਮੂਲਾ ਕੀੜ ਨਾਮ ਦਾ ਇੱਕ ਸਿੱਖ ਹੈ ਸੀ। ਗੁਰ ਸਮੀਪ ਚੱਲ ਕਾ ਸੋ ਆਇਓ। ਇਹ ਜਿੰਨੇ ਸਿੱਖਾਂ ਦੇ ਨਾਮ ਆ ਰਹੇ, ਜਿਹੜੇ ਸਿੱਖਾਂ ਦੀ ਭਗਤ ਮਾਲਾ ਭਾਈ ਮਣੀ ਸਿੰਘ ਲਿਖੀ ਹੈ, ਉਹਦੇ ਵਿੱਚ ਇਹ ਪ੍ਰਸੰਗ ਸਾਰੇ ਆਉਂਦੇ ਆ। ਕਵੀ ਸਾਹਿਬ ਜੀ ਨੇ ਉਹ ਇੱਥੇ ਲਿਖੇ ਹੋਏ, ਉਹ ਭਾਈ ਗੁਰਦਾਸ ਦੀ ਵਾਰ ਵਿੱਚ ਜੋ ਆਏ ਆ। ਮੂਲ ਕੀੜ ਨਾਮ ਦਾ ਇੱਕ ਮਨੁੱਖ ਸੀ।
ਗੁਰੂ ਨਾਨਕ ਸਾਹਿਬ ਜੀ ਦੇ ਪਾਸ ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਉਹ ਆਇਆ। ਸਾਤ ਭਈ ਮਨ ਦਰਸ਼ਨ ਪਾਇਓ। ਜਦੋਂ ਹੀ ਉਹਨੇ ਗੁਰੂ ਦਾ ਦਰਸ਼ਨ ਪਾਇਆ ਕੀਤਾ, ਇਹਦੇ ਮਨ ਨੂੰ ਸ਼ਾਂਤੀ ਹੋ ਆਈ ਹੈ। ਔਰ ਵਿਕਾਰ ਸਭ ਨਾਸੇ ਆਸੇ। ਇਹਦੇ ਦੇ ਵਿਕਾਰ ਸਾਰੇ ਇਸ ਤਰ੍ਹਾਂ ਨਾਸੇ ਨਸ ਗਏ ਐ। ਪਾਵਸ ਹੋਤ ਜਵਾਸੋ ਜੈਸੇ। ਪਾਵਸ ਬਰਸਾਤ ਰੁੱਤ ਵਿੱਚ ਜਿਵੇਂ ਜਵਾਹੇ ਦੇ ਬੂਟੇ ਜਿਹੜੇ ਨਾਸ ਹੋ ਜਾਂਦੇ ਐ। ਬੰਦ ਹੱਥ ਬੋਲਿਓ ਇਹ ਅਰਥਾ। ਹੱਥ ਜੋੜ ਕੇ ਬੋਲਿਆ ਮੂਲਾ ਕੀੜ ਵੀ ਮਹਾਰਾਜ ਇਹ ਅਰਥ ਹੈ। ਮੋਹੇ ਬਤਾਵੋ ਪ੍ਰਭੂ ਸਮਰਥਾ। ਸਮਰੱਥਾ ਗੁਰੂ ਸਾਹਿਬ ਜੀ ਤੁਸੀਂ ਸਮਰੱਥ ਹੋਏ ਅਰਥ ਦੱਸਣ ਵਿੱਚ ਮੈਨੂੰ ਦੱਸੋ ਜੀ। ਚੰਚਲ ਚੀਤ ਨਾ ਜਾਏ ਤਮਾਸੇ। ਵੀ ਉਹ ਕਿਹੜੇ ਪ੍ਰਸ਼ਨ ਆ? ਉਹ ਇਹ ਪ੍ਰਸ਼ਨ ਮਹਾਰਾਜ ਇਹਦੇ ਅਰਥ ਦੱਸੋ ਵੀ ਇਹ ਜਿਹੜਾ ਚਿੱਤ ਹੈ ਇਹ ਜਦੋਂ ਤਮਾਸ਼ੇ ਜਾਂਦਾ ਬੜਾ ਚੰਚਲ ਹੋ ਜਾਂਦਾ, ਤੇ ਉਂਝ ਵੀ ਚਿੱਤ ਬਹੁਤ ਚੰਚਲ ਹੈ। ਇਹ ਚਿੱਤ ਹਿਰਦਾ ਜਾਂ ਮਨ ਕਹਿ ਲਓ, ਇਹ ਜਿਹੜਾ ਚਿੱਤ ਚੰਚਲ ਹੈ ਗੁਰੂ ਸਾਹਿਬ ਜੀ ਤਮਾਸ਼ਿਆਂ ਵੱਲ ਬੜਾ ਜਾਂਦਾ ਹੈ, ਕੰਜਰਖਾਨੇ ਵੇਖਣ ਨੂੰ ਬੜਾ ਇਹ ਮੰਨਦਾ ਹੈ। ਇੱਧਰ ਤਮਾਸ਼ੇ ਦੇਖਣ ਨਾ ਜਾਏ ਚੰਚਲ ਚਿੱਤ। ਜੋਏ ਜਾਏ ਨਾ ਖੇਲੇ ਪਾਸੇ। ਫਿਰ ਜਿਹੜੇ ਪਾਸੇ ਕਹੀਏ ਚੌਪੜ ਹੁੰਦੀ ਹੈ, ਉੱਥੇ ਚੌਪੜ ਵਿੱਚ ਜਾ ਕੇ ਜੂਏ ਖੇਲਣ ਨੂੰ ਇਹ ਚਿੱਤ ਬੜਾ ਚਾਹੁੰਦਾ ਹੈ। ਉਹ ਜੂਏ ਵੀ ਇਹ ਜਾ ਕੇ ਨਾ ਖੇਲੇ ਚੌਪੜ ਤੇ ਬੈਠ ਕੇ। ਪਾਰ ਬ੍ਰਹਮ ਸੁਨ ਕਾ ਗੁਣ ਖਾਨੀ। ਪਾਰ ਬ੍ਰਹਮ ਗੁਰੂ ਨਾਨਕ ਸਾਹਿਬ ਜੀ ਸੁਣ ਕੇ ਗੁਣਾਂ ਦੀ ਖਾਨ ਇਹਦੇ ਬਾਣੀ ਬਚਨ। ਕਿਰਪਾ ਦ੍ਰਿਸ਼ਟ ਪਿਖ ਬੋਲੇ ਬਾਣੀ। ਬੜੀ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖ ਕੇ ਇਹਦੇ ਵੱਲ ਬਾਣੀ ਬਚਨ ਬੋਲੇ ਐ। ਪੂਰਬ ਜੁਗ ਜੋ ਬੀਤ ਗਏ ਹੈ। ਜਿਹੜੇ ਨੇ ਪ੍ਰਸ਼ਨ ਕੀਤੇ ਨਾ ਕਿ ਗੁਰੂ ਸਾਹਿਬ ਜੀ ਚਿੱਤ ਜਿਹੜਾ ਚੰਚਲ ਬੜਾ ਇਹ ਤਮਾਸ਼ਿਆਂ ਵੱਲ ਜਾਂਦਾ, ਇਹ ਤਮਾਸ਼ਿਆਂ ਵੱਲ ਨਾ ਜਾਏ ਤੇ ਜੂਏ ਖੇਡਣ ਇਹ ਚਾਹੁੰਦਾ ਹੈ, ਇਹ ਜੂਏ ਖੇਡਣ ਵਾਲੇ ਪਾਸੇ ਨਾ ਜਾਏ। ਇਹਦੇ ਅਰਥ ਮੈਨੂੰ ਦੱਸੋ। ਗੁਰੂ ਸਾਹਿਬ ਜੀ ਹੁਣ ਉਹ ਅਰਥ ਦੱਸ ਰਹੇ ਹੈ। ਕਹਿੰਦੇ ਹੈ ਮਹਾਰਾਜ ਵੀ ਮੂਲਾ ਕੀੜ ਸਿੱਖ ਪਹਿਲਾਂ ਜਿਹੜੇ ਜੋ ਯੁੱਗ ਬੀਤ ਗਏ ਐ ਤਿੰਨ ਮਹਿ ਭੂਪ ਅਨੇਕ ਭਏ ਹੈ। ਉਹਨਾਂ ਯੁੱਗਾਂ ਵਿੱਚ ਅਨੇਕਾਂ ਹੀ ਰਾਜੇ ਹੋਏ ਐ। ਮਨ ਚੰਚਲ ਵੇਸਵਾ ਜਗ। ਮਨ ਚੰਚਲ ਵੇਸਵਾ ਜਬ ਪੇਖੀ। ਜਦੋਂ ਵੀ ਉਹ ਰਾਜਿਆਂ ਨੇ ਵੇਸਵਾ ਕੰਜਰੀ ਜਾ ਕੇ ਵੇਖੀ, ਉਹਨਾਂ ਦਾ ਮਨ ਚੰਚਲ ਹੋ ਗਿਆ ਉਸੇ ਵੇਲੇ ਹੀ। ਕਾਮ ਕੇਲ ਹੈ ਚਾਹੇ ਬਸੇਖੀ। ਜਿਹੜੀ ਕਾਮ ਦੀ ਕਰੀੜਾ ਕਰਨੀ ਵੀ ਕਾਮ ਕਰੀੜਾ ਕਰਾਂ, ਇਹ ਵਿਸ਼ੇਸ਼ ਕਰਕੇ ਚਾਹਨਾ ਹੋ ਆਈ ਹੈ, ਇੱਛਾ ਹੋ ਆਈ ਹੈ। ਰੋਕਿਓ ਰੁਕਤ ਨਾ ਕਿਸੂ ਪ੍ਰਕਾਰਾ। ਕਾਮ ਕਰੀੜਾ ਕਰ ਜਿਹੜੀ ਚਾਹਨਾ ਉੱਠ ਖੜੋਤੀ ਹੈ, ਉਹ ਕਿਸੇ ਪ੍ਰਕਾਰ ਵੀ ਫਿਰ ਰੋਕਿਆ ਰੁਕਦੀ ਨਹੀਂ ਹੈ। ਮਿਲ ਤਿਹ ਆਪਨ ਜਨਮ ਜਗ ਹਾਰਾ। ਜਿਸ ਕਰਕੇ ਉਹਨਾਂ ਕੋ ਰੋਕੀ ਨਹੀਂ ਗਈ ਹੈ ਤੇ ਮਿਲ ਕੇ ਉਹਨਾਂ ਰਾਜੇ ਨੇ ਆਪਣਾ ਜਿਹੜਾ ਮਨੁੱਖ ਜਨਮ ਸਫਲ ਕਰਨਾ ਸੀ, ਉਹ ਸੰਸਾਰ ਵਿੱਚ ਇਹਨਾਂ ਵਿਸ਼ਿਆਂ ਵਿੱਚ ਹੀ ਹਾਰ ਦਿੱਤਾ, ਜੂਏ ਦੀ ਬਾਜੀ ਵਿੱਚ ਹੀ ਹਾਰ ਦਿੱਤਾ ਹੈ। ਧਰਮਸ਼ੀਨ ਹੈ ਪਾਏ ਸਜਾਈ। ਧਰਮ ਨੂੰ ਆਪਣੇ ਸਵੈ ਧਰਮ ਤੋਂ ਨਾਸ ਉਹਨਾਂ ਦਾ ਹੋ ਗਿਆ ਤੇ ਬੜੀ ਸਜ਼ਾ ਪਾਈ ਹੈ। ਪਰਿਓ ਨਰਕ ਮਹਿ ਬਹੁ ਬਿਲ ਲਾਈ। ਉਹ ਰਾਜੇ ਨਰਕ 'ਚ ਜਿਹੜੇ ਕੰਜਰਖਾਨਾ ਤਮਾਸ਼ੇ ਦੇਖਣ ਵਾਲੇ ਜਦੋਂ ਚੰਚਲ ਹੋ ਗਏ ਹੈ ਤੇ ਉਹ ਪਰ ਨਰਕ ਵਿੱਚ ਭਰੇ ਹੈ ਪੈ ਗਏ ਹੈ, ਜਿਸ ਕਰਕੇ ਬਹੁਤ ਵਿਰਲਾਪ ਕਰਦੇ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੈ। ਘਰੀ ਮੋਹਤ ਰੰਗ ਮਾਣ ਹੈ, ਫਿਰ ਬਹੁਰ ਬਹੁਰ ਪਛਤਾਵੇ ਕੁਝ ਹੋਇਆ ਨਾ। ਜਾਂ ਤੇ ਤਿਹ ਕੋ ਦੇਖਹ ਨਾਹੀ। ਇਸ ਵਾਸਤੇ ਵੀ ਜਿਹੜੀ ਉਹ ਕੰਜਰੀ ਹੈ ਨਾ ਵੇਸਵਾ, ਉਹਨੂੰ ਕਦੀ ਨਹੀਂ ਦੇਖੀਏ। ਸਮਾਂ ਬਿਤਾਵਹਿ ਸਤ ਸੰਗ ਮਾਹੀ। ਜਿਹੜਾ ਪੁਰਸ਼ ਹੈ ਸਗੋਂ ਜਨਮ ਲੈ ਕੇ ਸਭ ਤੋਂ ਵੱਧ ਜਿਹੜਾ ਸਮਾਂ ਹੈ ਸਤ ਪੁਰਸ਼ਾਂ ਦੀ ਸੰਗਤ ਵਿੱਚ ਹੀ ਬਿਤਾਵੇ ਲੰਘਾਵੇ। ਖੇਲੇ ਜੂਪ ਭੂਪ ਜੇ ਹੋਏ। ਜੂਏ ਦੇ ਸੰਬੰਧ ਵਿੱਚ ਅਰਥ ਸੁਣ ਵੀ ਜਿਹੜੇ ਵੀ ਰਾਜੇ ਹੋ ਕੇ ਤੇ ਜਿਨ੍ਹਾਂ ਨੇ ਜੂਏ ਖੇਡੇ ਐ, ਪਰੀ ਆਪਦਾ ਦਾਰਨ ਰੋਏ। ਉਹਨਾਂ ਪਰ ਬੜੀ ਬਿਪਤਾ ਭਿਆਨਕ ਪਈ ਹੈ, ਜਿਸ ਕਰਕੇ ਬੜੇ ਰੋਏ ਹੈ ਵੀ ਰੋਵਹਿ ਪਾਂਡਵ ਭਏ ਮਜੂਰ ਜਿਨਕੇ ਸੁਆਮੀ ਰਹਿਤ ਹਦੂਰ। ਯੁਧਿਸ਼ਟਰ ਹੋਣਾ ਜੂਆ ਖੇਡਿਆ ਸੀ, ਭਿਆਨਕ ਬਿਪਤਾ ਪੈ ਗਈ। 12 ਸਾਲ ਦਾ ਬਨੁਵਾਸ
13ਵਾਂ ਸਾਲ ਗੁਪਤ ਰਹਿਣਾ ਪਿਆ। ਅਤੇ ਉੱਥੇ ਕ੍ਰੀਚਕ ਵਰਗੇ ਵੀ ਦ੍ਰੋਪਦੀ ਨਾਲ ਐਵੇਂ ਹੇਰਾ ਫੇਰੀਆਂ ਕਰਨ ਲੱਗੇ, ਅਤੇ ਜਿਸ ਕਰਕੇ ਵੇਖ ਕੇ ਬੜਾ ਰੋਂਦੇ ਸਨ ਵੀ ਸਾਡੇ ਕਰਕੇ ਸਾਰਾ ਕੁਝ ਹੋ ਰਿਹਾ। ਅਤੇ ਉਹ ਰੋਵੈ ਪਾਂਡਵ ਭਏ ਮਜੂਰ, ਨਾਲੇ ਮਜੂਰ ਬਣੇ ਕਿੱਥੇ ਰਾਜੇ, ਬਨਵਾਸ ਕੱਟੇ ਗੁਪਤ ਰਹੇ। ਅਤੇ ਜਿਹੜੇ ਵੀ ਰਾਜਿਆਂ ਨੇ ਹੋ ਕੇ ਜੂਏ ਖੇਡੇ ਆ, ਬੜੀ ਬਿਪਤਾ ਪਈ ਭਿਆਨਕ, ਅਤੇ ਬੜਾ ਰੋਏ ਹੈ। ਇਨਕੋ ਤਿਆਗੇ ਜੋ ਸਿੱਖ ਹੋਏ, ਜੋ ਵੀ ਗੁਰੂ ਕਾ ਸਿੱਖ ਹੋਏ ਉਹ ਇਹਨਾਂ ਜੂਇਆਂ ਨੂੰ, ਇਹਨਾਂ ਵੇਸਵਾ ਕੰਜਰਖਾਨਿਆਂ ਨੂੰ ਦੇਖਣੇ ਛੱਡੇ। ਸੁਖ ਪਾਵਹਿ ਮਾਨਹਿ ਬਚ ਸੁਖ ਪਾਵਹਿ ਮਾਨਹਿ ਬਚ ਜੋਏ, ਜੋ ਸਾਡਾ ਬਚਨ ਮੰਨੇ ਉਹ ਸੁਖ ਪਾਵੇਗਾ। ਅਬ ਆਇਓ ਕਲ ਜੁਗ ਕੋ ਕਾਲਾ, ਹੈ ਵੀ ਮੂਲਾ ਕੀੜ, ਹੁਣ ਜਿਹੜਾ ਕਲਯੁਗ ਦਾ ਸਮਾਂ ਆਇਆ ਹੋਇਆ ਹੈ। ਗੁਰ ਸਿੱਖੀ ਪ੍ਰਗਟਾਈ ਚਾਲਾ, ਇਸੇ ਕਰਕੇ ਅਸਾਂ ਨੇ ਗੁਰੂ ਕੀ ਜਿਹੜੀ ਸੱਚੀ ਸੁੱਚੀ ਮਹਾਨ ਸਿੱਖੀ ਹੈ, ਸਿੱਖੀ ਦੀ ਚਾਲਾ ਜਿਹੜੀ ਮਰਿਆਦਾ ਪ੍ਰਗਟ ਕੀਤੀ ਹੈ। ਸ਼ਬਦ ਪ੍ਰੇਮ ਕਰ ਕਾ ਮੁਖ ਗਾਵੈ, ਗੁਰੂ ਕਾ ਜਿਹੜਾ ਸਿੱਖ ਹੈ ਸਿੱਖੀ ਧਾਰਨ ਕਰਕੇ ਬਹੁਤ ਪ੍ਰੇਮ ਕਰਕੇ ਗੁਰੂ ਕੇ ਜਿਹੜੇ ਸ਼ਬਦ ਹੈ ਉਹ ਮੁਖੋਂ ਗਾਵੇ, ਗੁਰਬਾਣੀ ਪੜ੍ਹੇ ਚਾਅ ਨਾਲ। ਧਰਮ ਕ੍ਰਿਤ ਕਰ ਕਾ ਵੰਡ ਖਾਵਾ, ਧਰਮ ਦੀ ਕਿਰਤ ਕਰਕੇ ਫਿਰ ਵੰਡ ਕੇ ਖਾਵੇ, ਹੱਕ ਨਾ ਮਾਰੇ। ਗੁਰ ਸਿੱਖਨ ਕੀ ਸੇਵਾ ਕਰਹੀ, ਜਿੱਥੇ ਗੁਰੂ ਕੇ ਸਿੱਖ ਆ ਜਾਣ, ਗੁਰੂ ਕੇ ਸਿੱਖਾਂ ਦੀ ਸੇਵਾ ਕਰੇ ਤਨੋ ਮਨੋ ਹੋ ਕੇ। ਭਾਉ ਧਾਰ ਔਰ ਚਰਨ ਪਖਰਹੀ, ਬਹੁਤ ਪ੍ਰੇਮ ਧਾਰ ਕੇ ਫਿਰ ਉਹਨਾਂ ਸਿੱਖਾਂ ਦੇ ਚਰਨ ਵੀ ਧੋਵੇ, ਤੇ ਕਰਨੇ ਬੜੇ ਔਖੇ ਹਨ। ਨਗਨ ਬਸਤਰ ਦੇ ਭੋਜਨ ਭੁੱਖਾ, ਜਿੱਥੇ ਗੁਰੂ ਕੇ ਸਿੱਖ ਨੂੰ ਦੇਖੇ ਜਾਂ ਉਂਝ ਵੀ ਕਿਸੇ ਨੂੰ ਦੇਖੇ ਵੀ ਵਸਤਰਾਂ ਤੋਂ ਬਿਨਾਂ ਨੰਗਾ ਹੈ, ਬੇਪੜਦਾ ਵਿਚਾਰਾ, ਉਹਨੂੰ ਵਸਤਰ ਦੇਵੇ, ਭੁੱਖੇ ਨੂੰ ਭੋਜਨ ਦੇਵੇ। ਸ਼ਬਦ ਵਿਚਾਰ ਲਹਾ ਔਰ ਸੁਖਾ, ਗੁਰੂ ਕੇ ਸ਼ਬਦਾਂ ਦੀ ਵਿਚਾਰ ਕਰੇ, ਸੰਗਤ ਦੇ ਵਿੱਚ ਬੈਠ ਕੇ ਸਰਵਣ ਕਰੇ, ਤੇ ਇਹਦੇ ਵਿੱਚ ਸੁਖ ਲਹੇ, ਸੁਖ ਪ੍ਰਾਪਤ ਕਰੇਗਾ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰੇਗਾ। ਐਵੇਂ ਜਿਹੜਾ ਹੈ ਉਹ ਕਰੇ। ਦੋਹਰਾ ਸੁਨ ਸ੍ਰੀ ਗੁਰ ਉਪਦੇਸ਼ ਆਸ, ਸੁਣ ਕੇ ਸਤਿਗੁਰ ਜੀ ਦਾ ਐਸਾ ਉਪਦੇਸ਼, ਮੂਲਾ ਕੀੜ ਸਿੱਖ ਹਿਰਦੇ ਧਾਰ ਦਿੜ ਸੋਏ, ਸੁਣ ਕੇ ਗੁਰੂ ਦਾ ਉਪਦੇਸ਼ ਤੇ ਹਿਰਦੇ ਧਾਰ ਦਿੜ ਸੋਏ। ਵੀ ਇਹ ਮੂਲਾ ਕੀੜ, ਤੂੰ ਇਹ ਜਿਹੜਾ ਉਪਦੇਸ਼ ਦਿੱਤਾ ਇਹਨੂੰ ਤੂੰ ਸੁਣ ਕੇ ਹਿਰਦੇ ਵਿੱਚ ਧਾਰ ਪੱਕਿਆਂ ਕਰਕੇ। ਤਿਸ ਪ੍ਰਕਾਰ ਕਰਨੇ ਲੱਗਿਓ, ਜਿਵੇਂ ਸਤਿਗੁਰ ਜੀ ਨੇ ਉੱਪਰ ਸਿੱਖਿਆ ਦਿੱਤੀ ਹੈ ਉਸੇ ਤਰ੍ਹਾਂ ਹੀ ਇਹ ਮੂਲਾ ਕੀੜ ਸਿੱਖ ਫਿਰ ਕਰਨ ਲੱਗ ਪਿਆ। ਮਹਾ ਪ੍ਰੇਮ ਮੈਂ ਹੋਏ, ਬਹੁਤ ਪ੍ਰੇਮ ਵਿੱਚ ਹੀ ਹੋ ਕੇ ਗੁਰੂ ਕੀ ਸਿੱਖੀ ਕਮਾਉਂਦਾ ਹੈ। ਚੌਪਈ ਜੋ ਭੁੱਖਾ ਭੋਜਨ ਤਿਹ ਦੇਈ, ਜੋ ਭੁੱਖਾ ਆਉਂਦਾ ਹੈ ਤੇ ਉਹਨੂੰ ਇਹ ਭੋਜਨ ਦਿੰਦਾ ਬੜੇ ਪ੍ਰੇਮ ਨਾਲ। ਨਗਨ ਦੇਖ ਕਰ ਬਸਤਰ ਉਡੇਈ, ਜੇ ਵੇਖਦਾ ਵੀ ਇਹ ਪੁਰਸ਼ ਨੰਗਾ ਹੈ, ਬੇਪੜਦਾ ਵਿਚਾਰਾ, ਕੱਪੜੇ ਨਹੀਂ ਹੈ, ਨੰਗੇ ਨੂੰ ਦੇਖ ਕੇ ਬਸਤਰ ਬਣਾ ਸਵਾਰ ਕੇ ਤਿਆਰ ਕਰਵਾ ਕੇ ਉਹਨੂੰ ਉਡਾ ਦਿੰਦਾ, ਪਹਿਨਾ ਦਿੰਦਾ ਹੈ। ਸਿੱਧ ਸਾਧ ਤਿਹ ਘਰ ਪਹੁ ਆਵਹਿ, ਜਿਸ ਕਰਕੇ ਇਹਦੀ ਭਾਵ ਭਗਤੀ ਵੇਖ ਕੇ ਕਮਾਈ ਵਾਲੇ ਸਿੱਧ ਸ਼ਕਤੀਆਂ ਵਾਲੇ ਸਿੱਧ ਸਾਧ ਵੀ ਇਹਦੇ ਘਰ ਬਹੁਤ ਆਉਂਦੇ। ਇਸੇ ਤਰ੍ਹਾਂ ਸਿੱਧ ਦੀ ਥਾਂ ਸਿੱਖ ਪਾਠ ਵੀ ਹੈ, ਵੀ ਸਿੱਖ ਸਾਧ ਇਹਦੇ ਘਰ ਬਹੁਤ ਆਉਂਦੇ ਹੈ। ਰੈਨ ਬਸੇਰਾ ਕਰ ਪੁਨ ਜਾਵਹਿ, ਰਾਤ ਇਹਦੇ ਘਰ ਹੀ ਬਸੇਰਾ ਕਰਦੇ, ਟਿਕਾਣਾ ਕਰਦੇ, ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਚਲੇ ਜਾਂਦੇ ਮਹਾਤਮਾ ਲੋਕ। ਏਕ ਦਿਵਸ ਇੱਕ ਬੰਚਕ ਆਇਓ, ਇੱਕ ਦਿਨ ਦੀ ਗੱਲ ਹੈ ਵੀ ਇੱਕ ਠੱਗ ਜਿਹੜਾ ਇਹ ਮੂਲਾ ਕੀੜ ਸਿੱਖ ਦੇ ਘਰ ਆ ਗਿਆ। ਧਨ ਮੈਂ ਸਿੱਖ ਕੋ ਬੇਖ ਬਨਾਇਓ, ਉਹਨੇ ਸੁਣਿਆ ਸੀ, ਵਿਚਾਰਿਆ, ਦੇਖਿਆ ਵੀ ਸੀ ਵੀ ਸਿੱਖਾਂ ਦੀ ਬੜੀ ਸੇਵਾ ਕਰਦਾ, ਚਲੋ ਮੈਂ ਵੀ ਸਿੱਖ ਹੀ ਬਣ ਜਾਣਾ। ਸਰੀਰ ਉੱਪਰ ਉਹਨੇ ਸਿੱਖਾਂ ਵਾਲਾ ਭੇਖ ਬਣਾ ਲਿਆ, ਉਹ 'ਚ ਸਿੱਖ ਉਹ ਹੈ ਨਹੀਂ ਸੀ। ਬਾਣੀ ਕੰਠ ਪੜਿਆ ਕਰ ਪ੍ਰੀਤਾ, ਐਡਾ ਢੋਂਗੀ ਉਹ ਬੜਾ ਪ੍ਰੀਤੀ ਕਰਕੇ ਨਾ ਪ੍ਰੇਮ ਕਰਕੇ ਸੁਣਾ ਕੇ ਬਾਣੀ ਵੀ ਕੰਠ ਪੜੀ ਜਾਂਦਾ ਹੈ। ਮਨ ਲੋਭੀ ਜਿਹ ਮਤ ਵਿਪਰੀਤਾ, ਮਨ ਵਿੱਚ ਮਾਇਆ ਦਾ ਬੜਾ ਲੋਭੀ ਲਾਲਚੀ ਹੈ, ਜਿਹਦੀ ਮੱਤ ਉਂਝ ਉਲਟੀ ਹੈ ਵੀ ਸਿੱਖ ਦੇ ਕੋਈ ਹੈ ਨਹੀਂ ਹੈ। ਐਵੇਂ ਠੱਗ ਬੜਾ ਤਗੜਾ ਹੀ ਹੈ ਸੀ। ਦੋਹਰਾ ਸੇਵਾ ਕਰੀ ਵਿਪਾਵਰੀ, ਇਹ ਜਿਹੜਾ ਬਨੌਟੀ ਸਿੱਖ ਬਣ ਕੇ ਆਇਆ
ਤੇ ਇਹਦੇ ਬਨੌਟੀ ਸਿੱਖ ਉਹ ਹੁਣ ਮੂਲਾ ਕੀੜ ਨੇ ਤੇ ਸਿੱਖ ਹੀ ਸਮਝਿਆ ਹੈ ਨਾ ਵੀ ਗੁਰੂ ਕਾ ਸਿੱਖ ਆਇਆ। ਬੜੇ ਇਹਦੀ ਸੇਵਾ ਕੀਤੀ ਹੈ ਰਾਤ ਨੂੰ। ਪੁਨ ਮੂਲੇ ਕੀ ਨਾਰ ਫਿਰ ਜੋ ਮੂਲੇ ਕੀੜ ਦੀ ਘਰਵਾਲੀ ਸੀ, ਭੂਖਨ ਰੱਖੇ ਉਤਾਰ ਕਾ, ਜਿਹੜੇ ਉਹਨੇ ਗਹਿਣੇ ਸਰੀਰ ਤੇ ਧਾਰਨ ਕਰਕੇ ਕੋਈ ਪਾਏ ਹੋਏ ਸੀ, ਉਹਨੇ ਲਾਹ ਕਰਕੇ ਜਦੋਂ ਰੱਖੇ ਐ। ਬੰਚਕ ਲਏ ਨਿਹਾਰ ਇਹ ਬਨੌਟੀ ਝੋਲੀ ਚੁੱਕ ਠੱਗ ਨੇ ਉਹ ਜਿਹੜੇ ਗਹਿਣੇ ਰੱਖੇ ਹੋਏ ਦੇਖ ਲਏ ਵੀ ਉੱਥੇ ਰੱਖੇ ਐ। ਚੌਪਈ ਸੋਏ ਰਹੇ ਜਬ ਸਭ ਪਹਿਚਾਨੇ, ਜਦੋਂ ਇਹ ਠੱਗ ਨੇ ਵੀ ਸੌ ਰਹੇ ਆ ਲੰਮੀਆਂ ਤਾਣ ਕੇ ਐਵੇਂ ਪਛਾਣਿਆ ਸਮਝਿਆ ਹੈ। ਸੋ ਭੂਖਨ ਲੀਨੇ ਨਿਜ ਪਾਨੇ, ਉਹ ਜਿੰਨੇ ਗਹਿਣੇ ਨੇ ਵੇਖੇ ਸਾਰੇ ਆਪਣੇ ਹੱਥਾਂ ਵਿੱਚ ਚੁੱਕ ਲੈਣੇ ਕੀਤੇ ਐ। ਨਿਕਸਨ ਲੱਗਿਓ ਬਾਹਰ ਕੋ ਧਾਏ, ਫਿਰ ਉਹ ਦੌੜ ਕੇ ਜਿਹੜਾ ਗੇਟੋਂ ਬਾਹਰ ਨਿਕਲਣ ਲੱਗਿਆ ਇਹ। ਤਾਰੋ ਪੌਰ ਪਿਖਿਓ ਹਟ ਆਏ, ਤੇ ਉਹ ਦਰਵਾਜ਼ੇ ਨੂੰ ਹੁਣ ਜੰਦਰਾ ਲੱਗਾ ਸੀ ਰਾਤ, ਦਰਵਾਜ਼ੇ ਨੂੰ ਜੰਦਰਾ ਵੇਖ ਕੇ ਮੁੜ ਆਇਆ ਵਾਪਸ। ਮੂਲੇ ਕੋ ਕਰ ਸੰਗ ਜਗਾਵਾ, ਇਹ ਕੋਲ ਆ ਕੇ ਨਾ ਤੇ ਭਾਈ ਮੂਲਾ ਕੀੜ ਤੇ ਸੁੱਤਾ ਹੋਇਆ ਸੀ, ਇਹਨੇ ਹੱਥ ਜਿਹਾ ਨਾਲ ਹਿਲਾ ਕੇ ਜਗਾਇਆ ਹੈ। ਕਪਟ ਧਾਰ ਕੈ ਬਜਨ ਲਾਵਾ, ਫਿਰਦੇ ਕਪਟੈ ਛਲ ਫਰੇਬ ਜਿਹਾ ਧਾਰ ਕੇ ਤੇ ਇਹਨੇ ਮੂਲੇ ਕੀੜ ਸਿੱਖ ਨੂੰ ਬਚਨ ਕਿਹਾ। ਜਾਵੋ ਵਹਿਰ ਦੀਜੀਐ ਤਾਰੀ, ਕਹਿਣ ਲੱਗਾ ਵੀ ਉਹ ਭਾਈ ਸਿੱਖਾ ਆ ਮੈਂ ਨਾ ਬਾਹਰ ਜਾਣਾ ਜੰਗਲ ਮੈਦਾਨ ਨੂੰ, ਤੂੰ ਮੈਨੂੰ ਚਾਬੀ ਦੇ ਦੇ। ਹੋਵਤ ਸੂਰ ਉਦਰ ਮੁਝ ਭਾਰੀ, ਐਵੇਂ ਝੂਠ ਹੀ ਬੋਲਿਆ, ਕੁਫਰ ਹੀ ਤੋਲਿਆ। ਕਹਿੰਦਾ ਵੀ ਮੈਂ ਨਾ ਜੰਗਲ ਮੈਦਾਨ ਜਾਣਾ, ਮੇਰੇ ਪੇਟ 'ਚ ਬੜਾ ਭਾਰੀ ਸੂਲ ਉੱਠਿਆ, ਪੇਟ ਪੀੜਾ ਹੋਈ ਹੈ। ਦੋਹਰਾ ਮੂਲਾ ਬੋਲਿਓ ਸੰਤ ਜੀ, ਹੁਣ ਭਾਈ ਮੂਲਾ ਕੀੜ ਤੇ ਆ ਬੜਾ ਮਹਾਤਮਾ, ਜਿਹੜੇ ਮਹਾਤਮਾ ਹੁਣ ਉਹਨਾਂ ਨੂੰ ਸਾਰੇ ਮਹਾਤਮਾ ਹੀ ਦਿਸਦੇ। ਇਹ ਕਹਿ ਬੋਲਿਆ ਸੰਤ ਜੀ ਮਹਾਤਮਾ ਜੀ ਗੁਰਸਿੱਖਾ, ਵਹਿਰ ਤਿਮਰ ਕਿਉਂ ਜਾਤ, ਤੂੰ ਵੀ ਬਾਹਰ ਹਨੇਰਾ ਬਹੁਤ ਸੰਘਣਾ ਹੈ, ਕੋਈ ਚਾਨਣ ਤੇ ਹੈ ਨਹੀਂ, ਬਾਹਰ ਕਿਉਂ ਜਾਂਦਾ ਹੈ। ਰਮਨੇ ਬੈਠੋ ਅਜਰ ਮਹਾ, ਕੋਈ ਨਹੀਂ ਸਾਡਾ ਵਿਹੜਾ ਬਹੁਤ ਵੱਡਾ, ਤੂੰ ਸਾਡੇ ਵਿਹੜੇ ਵਿੱਚ ਹੀ ਜੰਗਲ ਮੈਦਾਨ ਨੂੰ ਬੈਠ ਜਾ। ਹਾਂ ਉਚਾਏ ਹਾਂ ਪ੍ਰਾਤ, ਸਵੇਰੇ ਨੌਕਰ ਚਾਕਰ ਆ ਜਾਣੇ, ਉਹਨਾਂ ਕੋ ਚੁਕਵਾ ਦੇਂਗਾ, ਨਹੀਂ ਤੇ ਤੂੰ ਵੀ ਗੁਰੂ ਕਾ ਸਿੱਖ ਹੀ, ਮੈਂ ਆਪ ਹੀ ਚੁੱਕ ਦਿਆਂਗਾ। ਚੌਪਈ ਬੋਲਿਓ ਬੰਚਕ ਬਾਹਰ ਜਾਊ, ਇਹ ਠੱਗ ਬਨੌਟੀ ਸਿੱਖ ਬੋਲਿਆ, ਕਹਿੰਦਾ ਨਹੀਂ ਵੀ ਮੈਂ ਤੇ ਬਾਹਰ ਹੀ ਜਾਵਾਂਗਾ। ਸਦਨ ਵਿਖੇ ਬੈਠਤ ਸ਼ਰਮਾਓ, ਘਰ ਵਿੱਚ ਬੈਠਾਂਗਾ ਤੇਰੀ ਘਰ ਵਾਲੀ ਮੈਨੂੰ ਸ਼ਰਮ ਆਉਂਦੀ ਹੈ। ਉਠ ਕੇ ਮੂਲਾ ਲੈ ਕਰ ਤਾਰੀ, ਉੱਠ ਕੇ ਮੂਲਾ ਕੀੜ ਗੁਰੂ ਕਾ ਸਿੱਖ ਤੇ ਚਾਬੀ ਆਪਣੇ ਹੱਥਾਂ ਵਿੱਚ ਲੈ ਕਰਕੇ ਆਇਓ ਜਬ ਹੀ ਅਜਰ ਮਝਾਰੀ, ਜਦੋਂ ਹੀ ਵਿਹੜੇ ਦੇ ਵਿੱਚ ਇਹਨੂੰ ਨਾਲ ਲੈ ਕੇ ਠੱਗ ਨੂੰ ਆਇਆ ਹੈ। ਬੰਚਕ ਕਾਂਖ ਵਿਖਾ ਤੇ ਗਿਰੇ, ਉਹ ਅਚਨਚੇਤ ਹੀ ਰੱਬ ਪੜਦੇ ਜਿਹੜਾ ਜ਼ਾਹਰ ਕਰ ਹੀ ਦਿੰਦਾ ਨੇ। ਠੱਗ ਨੇ ਕੱਛ ਵਿੱਚ ਗਹਿਣੇ ਉਡਾਏ ਹੋਏ ਸੀ ਤੇ ਇਹਦੀ ਕੱਛ ਵਿੱਚੋਂ ਗਹਿਣੇ ਜੇ ਠਾਂ ਡਿੱਗੇ ਐ। ਭੂਖਨ ਪੁਨ ਨਾ ਉਠਾਏ ਸੋ ਡਰੇ, ਇਹ ਜਿਹੜਾ ਵੇਖ ਕੇ ਗਹਿਣੇ ਡਰ ਜਿਆ ਗਿਆ ਠੱਗ, ਤੇ ਫਿਰ ਇਹਨੇ ਗਹਿਣੇ ਚੁੱਕੇ ਉਠਾਏ ਨਹੀਂ ਐ। ਮੂਲੇ ਤਬ ਉਠਾਏ ਨਿਜ ਹਾਥਾ, ਉਸ ਵੇਲੇ ਮੂਲੇ ਕੀੜ ਨੇ ਨਹੀਂ ਵਿਚਾਰ ਕੀਤੀ ਵੀ ਸਾਡੇ ਗਹਿਣੇ ਆ। ਭਾਈ ਵਿਚਾਰੇ ਮੂਲੇ ਕੀੜ ਨੇ ਉਹ ਗਹਿਣੇ ਕਹਿੰਦੇ ਆਪਣੇ ਹੱਥਾਂ ਵਿੱਚ ਚੁੱਕ ਲਏ। ਦਏ ਤਾਹੇ ਕੋ ਤਬ ਹਿਤ ਸਾਥਾ, ਬੜੇ ਪ੍ਰੇਮ ਨਾਲ ਇਹਦੇ ਹੱਥ ਵਿੱਚ ਸਗੋਂ ਦੇ ਦਿੱਤੇ ਵੀ ਚਲੋ ਵਿਚਾਰੇ ਨੂੰ ਲੋੜ ਹੋ ਤਾਂ ਹੀ ਤੇ ਉਹਨੇ ਚੋਰੀ ਕੀਤੇ ਹੈਗੇ ਆ ਨਾ। ਦੋਹਰਾ ਤਿਹ ਕੋ ਬਹਿਰ ਨਿਕਾਸ ਕਾ, ਐਵੇਂ ਉਹ ਠੱਗ ਬਨੌਟੀ ਸਿੱਖ ਬਣੇ ਹੋਏ ਨੂੰ ਬਾਹਰ ਬੜੇ ਪ੍ਰੇਮ ਨਾਲ ਹੀ ਕੱਢ ਕੇ ਸੋਏ ਰਹਿਓ ਵਿੱਚ ਧਾਮ, ਕੋਈ ਫਿਕਰ ਨਹੀਂ ਹੈ। ਘਰ ਵਿੱਚ ਆ ਕੇ ਮੂਲਾ ਕੀੜ ਸਿੱਖ ਸੌ ਰਿਹਾ ਹੈ। ਭੀ ਪ੍ਰਭਾਤ ਤਿਹ ਥਾਨ ਕੋ, ਸਵੇਰ ਹੋ ਆਈ ਹੈ ਤੇ ਜਿੱਥੇ ਗਹਿਣੇ ਰੱਖੇ ਸੀ ਉਸ ਥਾਨ ਨੂੰ ਦੇਖਤ ਮੂਲੇ ਬਾਮ, ਭਾਈ ਮੂਲੇ ਕੀੜ ਦੀ ਘਰ ਵਾਲੀ ਨੇ ਦੇਖਿਆ ਹੈ। ਚੌਪਈ
ਭੂਖਨ ਧਰੇ ਨਹੀਂ ਕਹਿ ਥਾਈ। ਇਹ ਪਤੀ ਇੱਥੇ ਗਹਿਣੇ ਰੱਖੇ ਹੋਏ ਸੀ, ਉਹ ਕਿਸੇ ਥਾਂ ਦਿਸ ਨਹੀਂ ਰਹੇ ਵੀ ਕਿੱਥੇ ਚਲੇ ਗਏ ਆ। ਕਹਾਂ ਗਏ ਕਹਿ ਲੀਨ ਚੁਰਾਈ। ਉਹ ਗਹਿਣੇ ਮੈਂ ਤੇ ਸਾਹਮਣੇ ਰੱਖੇ ਹੋਏ ਸੀ, ਕਿੱਥੇ ਚਲੇ ਗਏ, ਉਹ ਕਿੰਨੇ ਚੁਰਾ ਲਏ ਆ। ਮੂਲਾ ਕਹਾ ਰਾਨ ਘਰ ਮਾਹੀ। ਇਹ ਮੂਲਾ ਕੀੜ ਸਿੱਖ ਕਹਿਣ ਲੱਗਾ, ਹੇ ਮੇਰੀ ਪਤਨੀ, ਰਾਤ ਘਰ ਦੇ ਵਿੱਚ ਤਸਕਰ ਲੱਗੇ ਨਾ ਜਾਣੇ ਜਾਈ। ਰਾਤ ਨਾ ਆਪਾਂ ਸੁੱਤੇ ਸਾਂ ਲੰਮੀਆਂ ਤਾਣ ਕੇ, ਚੋਰ ਆਣ ਲੱਗੇ ਐ ਤੇ ਜਾਣਿਆ ਨਹੀਂ ਗਿਆ, ਆਪਾਂ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਆ ਗਏ ਐ। ਲੈ ਗਮਨੇ ਭੂਖਨ ਕੋ ਸੋਈ। ਉਹ ਜਿਹੜੇ ਚੋਰ ਆਏ ਐ ਹੇ ਪਤਨੀ, ਉਹੀਓ ਤੇਰੇ ਗਹਿਣੇ ਜਿਹੜੇ ਲੈ ਕੇ ਚਲੇ ਗਏ ਐ। ਬਿਨ ਜਾਗੇ ਤੇ ਅਸਗਤ ਹੋਈ। ਆਪਾਂ ਜਾਗੇ ਨਹੀਂ ਹੈ ਨਾ, ਬਿਨਾਂ ਜਾਗੇ ਤੋਂ ਐਸੀ ਹਾਲਤ ਹੋਈ ਹੈ ਨਾ ਵੀ ਉਹ ਚੋਰ ਆ ਗਏ ਐ ਤੇ ਉਹ ਗਹਿਣੇ ਲੈ ਗਏ ਐ। ਇਹ ਆਪਣੇ ਕਸੂਰ ਹੈ। ਨਿਸਾ ਹਮਾਰੇ ਘਰ ਸਿਖ ਜੋ। ਇਹ ਪਤਨੀ, ਰਾਤ ਦੇ ਸਮੇਂ ਜਿਹੜਾ ਆਪਣੇ ਘਰ ਸਿੱਖ ਆਇਆ ਹੋਇਆ ਸੀ, ਉਠ ਕਰ ਗਇਓ ਸੋ ਲੱਜਤ ਹੋ। ਉਹ ਉੱਠ ਕਰਕੇ ਚਲਾ ਗਿਆ ਸ਼ਰਮਿੰਦਾ ਹੋ ਕੇ ਵੀ ਚੋਰੀ ਹੋ ਗਈ ਹੈ। ਦੋਹਰਾ ਸਭ ਦੇਵਹਿਗੇ ਦੋਸ ਮੁਝ। ਉਹ ਇਸ ਗੱਲ ਕਰਕੇ ਉੱਠ ਕੇ ਸ਼ਰਮਿੰਦਾ ਹੋ ਕੇ ਚਲਾ ਗਿਆ ਵੀ ਚੋਰੀ ਹੋ ਗਈ ਹੈ ਤੇ ਸਾਰੇ ਦੋਸ਼ ਮੈਨੂੰ ਹੀ ਦੇਣਗੇ, ਕਹਿਣਗੇ ਵੀ ਇਸੇ ਸਿੱਖ ਨੇ ਚੋਰੀ ਕੀਤੀ ਹੈ। ਅਸ ਜਾਨੀ ਮਨ ਮਾਹੇ। ਇਹ ਪਤਨੀ, ਇਸ ਤਰ੍ਹਾਂ ਉਹ ਸਿੱਖ ਨੇ ਮਨ ਵਿੱਚ ਜਾਣੀ ਹੈ ਗੱਲ। ਗਇਓ ਵੱਡੀ ਭਨਸਾਰ ਤੇ। ਤਾਂ ਹੀ ਉਹ ਨਾ ਵੱਡੀ ਸਵੇਰ ਤੋਂ ਚਲਾ ਗਿਆ ਬਹਾਨਾ ਲਾ ਕੇ ਜੰਗਲ ਮੈਦਾਨ ਦਾ। ਸਿੱਖ ਦੋਸ ਕਛ ਨਾਹੇ। ਇਹ ਮੇਰੀ ਪਿਆਰੀ ਪਤਨੀ, ਸਿੱਖ ਦਾ ਕੋਈ ਦੋਸ਼ ਨਹੀਂ ਹੈ, ਇਹ ਤੇ ਸਾਡਾ ਹੀ ਦੋਸ਼ ਹੈ। ਅਸੀਂ ਸੁੱਤੇ ਰਹੇ ਹਾਂ, ਚੋਰ ਚੋਰੀ ਕਰਕੇ ਲੈ ਗਿਆ ਤੇ ਉਹ ਸਿੱਖ ਨੂੰ ਇਹ ਸੀ ਵੀ ਮੇਰਾ ਨਾਂ ਲਾਉਣਗੇ, ਜਿਸ ਕਰਕੇ ਸ਼ਰਮ ਦਾ ਮਾਰਾ ਹੀ ਉਹ ਚਲਾ ਗਿਆ ਜੰਗਲ ਮੈਦਾਨ ਦਾ ਬਹਾਨਾ ਲਾ ਕੇ। ਚੌਪਈ ਨਿਜ ਤੀਅਕ ਭੂਖਨ ਕਰਵਾਏ। ਆਪਣੀ ਘਰ ਵਾਲੀ ਨੂੰ ਜਿਹੜੇ ਗਹਿਣੇ ਐ ਮੂਲਾ ਕੀੜ ਸਿੱਖ ਨੇ ਫਿਰ ਕਢਵਾ ਦਿੱਤੇ, ਨਵੇਂ ਬਣਾ ਦਿੱਤੇ ਐ। ਔਰ ਹਰਖ ਹਿਤ ਤਤ ਛਿਨ ਪਾਏ। ਔਰ ਖੁਸ਼ੀ ਵਾਸਤੇ ਵੀ ਮੈਨੂੰ ਖੁਸ਼ੀ ਰਹੇ ਨੇ, ਬੜੀ ਛੇਤੀ ਨਾਲ ਹੀ ਪਾ ਲਏ ਘਰ ਵਾਲੀ ਨੇ ਗਹਿਣੇ। ਕਿਤਕ ਦਿਵਸ ਮਹਿ ਪ੍ਰਭ ਟਿਗ ਆਇਓ। ਕੁਝ ਕੁ ਦਿਨਾਂ ਵਿੱਚ ਠਹਿਰ ਕਰਕੇ ਇਹ ਮੂਲਾ ਕੀੜ ਸਿੱਖ ਗੁਰੂ ਮਹਾਰਾਜ ਦੇ ਪਾਸ ਸ੍ਰੀ ਕਰਤਾਰਪੁਰ ਸਾਹਿਬ ਆਇਆ ਹੈ। ਨਮਸਕਾਰ ਕਰ ਦਰਸ਼ਨ ਪਾਇਓ। ਗੁਰੂ ਜੀ ਨੂੰ ਮੱਥਾ ਟੇਕ ਕਰਕੇ ਬੜਾ ਖੁੱਲਾ ਡੁੱਲਾ ਹੀ ਦਰਸ਼ਨ ਪਾਇਆ ਹੈ। ਕਿਰਪਾ ਨਿਧਾਨ ਕਹਿਓ ਸੁਨ ਮੂਲਾ। ਕਿਰਪਾ ਦੇ ਖਜ਼ਾਨੇ ਗੁਰੂ ਸਾਹਿਬ ਜੀ ਨੇ ਕਿਹਾ, ਹੈ ਭਾਈ ਮੂਲਾ ਸੁਣ, ਰਿਦਾ ਤੋਰ ਸਿੱਖੀ ਅਨਕੂਲਾ। ਤੇਰਾ ਜਿਹੜਾ ਰਿਦਾ ਨਾ ਸਿੱਖੀ ਦੇ ਅਨੁਸਾਰ ਹੀ ਹੈ, ਤੂੰ ਬੜਾ ਤਗੜਾ ਸਿੱਖ ਹੈ ਸਾਡਾ। ਮਮ ਪਰਦਾ ਤਾਂ ਢਕਿਓ ਬਣਾਈ। ਹੈ ਵੀ ਭਾਈ ਮੂਲਾ ਕੀੜ, ਵੇਖ ਲਾ ਤੂੰ, ਤੈਨੇ ਸਾਡਾ ਜਿਹੜਾ ਪਰਦਾ ਨਾ ਉਹ ਬਣਾ ਸਵਾਰ ਕੇ ਢਕਿਆ ਹੈ। ਤੇਰੋ ਢਕ ਹੈ ਗੁਰੂ ਸਦਾਈ। ਲੈ ਸਾਡਾ ਵੀ ਤੇਰੇ ਨਾਲ ਬਚਨ ਹੈ ਵੀ ਗੁਰੂ ਵੀ ਸਦਾ ਤੇਰਾ ਪਰਦਾ ਢਕੇਗਾ। ਵੀ ਕਿੰਨਾ ਤੂੰ ਪਰਦਾ ਢਕਿਆ ਹੈ, ਵੀ ਉਹ ਇੱਕ ਠੱਗ ਆਇਆ ਸਿੱਖ ਦਾ ਰੂਪ ਧਾਰ ਕੇ, ਚੋਰੀ ਕੀਤੀ ਹੈ, ਤੇਰੇ ਸਾਹਮਣੇ ਤੂੰ ਗਹਿਣੇ ਵੇਖ ਵੀ ਲਏ ਤੇ ਵਾਪਸ ਉਹਨੂੰ ਕਰ ਦਿੱਤੇ ਹੈ। ਇਹ ਕਦੇ ਮਨ 'ਚ ਰਤਾ ਮਾਤਰ ਨਹੀਂ ਲਿਆਂਦਾ ਵੀ ਚੋਰੀ ਕੀਤੀ ਰੌਲਾ ਹੀ ਪਾ ਦੇਈਏ। ਤੂੰ ਇਹ ਗੱਲ ਸਮਝ ਕੇ ਪਰਦਾ ਢੱਕਿਆ ਵੀ ਇਹ ਗੁਰੂ ਕਾ ਸਿੱਖ ਹੈ, ਜੇ ਮੈਂ ਰੌਲਾ ਪਾਵਾਂਗਾ ਲੋਕ ਕੀ ਕਹਿਣਗੇ ਵੀ ਇਹ ਗੁਰੂ ਕਾ ਸਿੱਖ ਚੋਰੀਆਂ ਕਰਦਾ ਫਿਰਦਾ। ਤੂੰ ਸਾਡਾ ਸਿੱਖ ਸਮਝ ਕੇ ਜਿਹੜਾ ਢੱਕਿਆ ਬਣਾ ਸਵਾਰ ਕੇ ਸਾਡਾ ਪਰਦਾ, ਤੇ ਤੇਰਾ ਗੁਰੂ ਸਦਾ ਪਰਦਾ ਢੱਕੇਗਾ। ਇਹ ਪਰਮੇਸ਼ਰ ਦੀ ਬੇਦੀ ਹੈ, ਕਾਮ ਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਮਹਾਰਾਜ ਜਿਵੇਂ ਭਗਤ ਜੀ ਕਹਿੰਦੇ, ਮਹਾਰਾਜ ਉਹਦੇ ਕਾਮ ਦਾ ਸਵਾਰਥੀ ਸੀ, ਉਹਦੇ ਕਾਮ ਦਾ ਮਾਰਿਆ ਸੀ, ਤੁਸੀਂ ਤਾਂ ਉਹਦੀ ਇੱਜ਼ਤ ਉੱਭਰੂ ਸਵਾਰੀ ਹੈ, ਇੱਜ਼ਤ ਰੱਖੀ ਹੈ, ਤੇ ਮੇਰੀ ਕਿਉਂ ਨਹੀਂ ਤੁਸੀਂ ਰੱਖ ਰਹੇ? ਮੇਰੀ ਵੀ ਇੱਜ਼ਤ ਉੱਭਰੂ ਰੱਖੋ, ਤੁਸੀਂ ਤਾਂ ਪਰਦੇ ਕੱਜਣ ਵਾਲੇ ਹੋ। ਇਵੇਂ ਗੁਰੂ ਮਹਾਰਾਜ ਜੀ ਦੇ ਸਿੱਖ ਵੀ ਮਹਾਨ ਹੈ ਸਾਧ ਸੰਗਤ ਜੀ, ਜਿਹੜੇ ਦੂਜਿਆਂ ਦੇ ਪਰਦੇ ਢੱਕਦੇ ਹੈ, ਫਿਰ ਗੁਰੂ ਉਹਨਾਂ ਦੇ ਪਰਦੇ ਢੱਕਦੇ ਹੈ। ਅੱਜ ਕੱਲ੍ਹ ਦੇ ਸਿੱਖ ਤੇ ਸਭ ਪਰਦੇ ਜ਼ਾਹਰ ਕਰਨ ਵਾਲੇ ਹੀ ਹਨ। ਦੋਹਰਾ ਸ਼ਬਦ ਗੁਰੂ ਕੋ ਰਿਦਾ ਹੈ ਵੀ ਮੂਲਾ ਕੀੜ ਸਿੱਖ ਭਾਈ, ਜਿਹੜਾ ਗੁਰੂ ਦਾ ਸ਼ਬਦ ਹੈ ਇਹ ਗੁਰੂ ਦਾ ਰਿਦਾ ਹਿਰਦਾ ਹੈ। ਸ਼ਰਵਨ ਮਨਨ ਨਿਦਿਆਸ। ਇਸ ਕਰਕੇ ਗੁਰੂ ਦੇ ਸ਼ਬਦ ਨੂੰ ਬੜੇ ਪ੍ਰੇਮ ਨਾਲ ਸਰਵਣ ਕਰਨਾ
ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਧਿਆਨ ਨਾਲ ਸਰਵਣ ਕਰਨਾ, ਬੜੇ ਪ੍ਰੇਮ ਨਾਲ ਬੈਠ ਕੇ ਫਿਰ ਮੰਨਣ, ਉਹਦਾ ਨਿਸ਼ਚੇ ਕਰਕੇ ਨਿਰਣਾ ਕਰਨਾ, ਉਹਦੀ ਵਿਚਾਰ ਕਰਨੀ, ਇਹ ਮੰਨਣ ਕਰਨਾ, ਨਿਧਿਆਸ ਫਿਰ ਉਹਦੀ ਵਿਚਾਰ ਕਰਕੇ ਉਹ ਸ਼ਬਦ ਦਾ ਪੁਨः ਪੁਨः ਅਭਿਆਸ ਕਰਨਾ, ਮੁੜ ਮੁੜ ਉਸ ਬਚਨ ਨੂੰ ਸਿਮਰਨਾ, ਇਹ ਨਿਧਿਆਸ ਹੁੰਦਾ ਹੈ। ਹੇ ਭਾਈ ਮੂਲਾ, ਗੁਰੂ ਕਾ ਜਿਹੜਾ ਸ਼ਬਦ ਇਹ ਗੁਰੂ ਦਾ ਹੁੰਦਾ ਹਿਰਦਾ, ਇਸ ਕਰਕੇ ਇਹਨੂੰ ਤੂੰ ਸਰਵਣ ਕਰ, ਸਰਵਣ ਕਰਕੇ ਨਿਸ਼ਚੇ ਕਰਕੇ ਮੰਨਣ ਕਰ, ਉਹਦੀ ਵਿਚਾਰ ਕਰ, ਨਿਧਿਆਸ ਪੁਨः ਪੁਨः ਅਭਿਆਸ ਕਰ, ਬਾਰ ਬਾਰ ਸਿਮਰਨਾ ਕਰ। ਕਰਹੁ ਸਦਾ ਔਰ ਗਿਆਨ ਹੈ, ਸਦਾ ਇਵੇਂ ਕਰੋ ਸਰਵਣ ਮੰਨਣ ਨਿਧਿਆਸਣ, ਜਿਸ ਕਰਕੇ ਹਿਰਦੇ ਵਿੱਚ ਅਪਰੋਕਸ਼ ਗਿਆਨ ਹੋ ਜਾਏਗਾ। ਬੰਧਨ ਜਗਤ ਵਿਨਾਸ਼, ਜਿਹੜੇ ਜਗਤ ਦੇ ਮੋਹ ਮਮਤਾ ਦੇ ਬੰਧਨ ਸੰਗਲ ਬੜੇ ਤਗੜੇ, ਇਹ ਵੀ ਤੇਰੇ ਨਾਸ ਹੋ ਜਾਣਗੇ। ਚੌਪਈ ਤ੍ਰਿਕਾਲ ਲਗ ਦਰਸੀ ਤਿਹ ਕਾਲਾ, ਜਦੋਂ ਗੁਰੂ ਸਾਹਿਬ ਜੀ ਨੇ ਵੀ ਕਿਹਾ, ਉਸੇ ਵੇਲੇ ਕਹਿੰਦੇ ਤ੍ਰਿਕਾਲ ਦਰਸ਼ੀ ਹੋ ਗਿਆ ਹੈ, ਤਿੰਨਾਂ ਸਮਿਆਂ ਦੀ ਜਾਣਨ ਵਾਲਾ ਇਹ ਹੋ ਗਿਆ ਭਾਈ ਮੂਲਾ ਕੀੜ। ਪ੍ਰਭੂ ਕਿਰਪਾ ਤੇ ਭਇਓ ਨਿਹਾਲਾ, ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੜਾ ਨਿਹਾਲੋ ਨਿਹਾਲ ਹੋਇਆ। ਸਦਨ ਗਇਓ ਹੈ ਮੋਹ ਬਿਨਾਹੀ, ਆਪਣੇ ਮੋਹ ਨੂੰ ਮੁੱਢੋਂ ਹੀ ਨਾਸ ਕਰਕੇ ਖਤਮ ਕਰਕੇ ਤੇ ਆਪਣੇ ਘਰ ਚਲਾ ਗਿਆ ਹੈ। ਹੰਤਾ ਤਜ ਵਰਤਿਓ ਜਗ ਮਾਹੀ, ਜਿੰਨਾ ਚਿਰ ਵੀ ਸੰਸਾਰ ਵਿੱਚ ਰਿਹਾ ਹੈ, ਸਰੀਰ ਦੀ ਹੰਗਤਾ ਛੱਡ ਕੇ, ਮਮਤਾ ਛੱਡ ਕੇ ਇਸ ਤਰ੍ਹਾਂ ਹੀ ਵਰਤਿਆ ਸਦਾ। ਇੱਕ ਦਿਨ ਸੰਗਤ ਕੇਰ ਮਝਾਰਾ, ਐਵੇਂ ਇਹ ਸਿੱਖ ਭਾਈ ਮੂਲਾ ਕੀੜ ਦਾ ਸਿਦਕੀ ਦਾ ਪ੍ਰਸੰਗ ਹੋਇਆ। ਅਗਲਾ ਪ੍ਰਸੰਗ ਵਿੱਚ ਇਹ ਆ ਰਿਹਾ ਵੀ ਇੱਕ ਦਿਨ ਦੀ ਗੱਲ ਹੈ ਕਿ ਸੰਗਤ ਦੇ ਵਿੱਚ ਬੈਠੇ ਪ੍ਰਭ ਹੈ ਸ਼ਬਦ ਵਿਚਾਰਾ, ਗੁਰੂ ਨਾਨਕ ਸਾਹਿਬ ਜੀ ਮੌਜ ਦੇ ਮਾਲਕ ਬੈਠੇ ਹੋਏ ਹੈ ਤੇ ਸ਼ਬਦ ਦੀ ਵਿਚਾਰ ਕਰ ਰਹੇ ਆ, ਕਥਾ ਕਰ ਰਹੇ ਮਹਾਰਾਜ। ਪ੍ਰਿਥਾ ਖੇਡਾ ਦਰਸ਼ਨ ਆਸੋ, ਉਸ ਵੇਲੇ ਇੱਕ ਭਾਈ ਪ੍ਰਿਥਾ ਤੇ ਇੱਕ ਭਾਈ ਖੇਡਾ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਬੜੀ ਆਸਾ ਧਾਰਨ ਕਰਕੇ ਤੇ ਆਸੂ ਕਹੀਏ ਬੜੀ ਛੇਤੀ ਨਾਲ ਹੀ ਦਰਸ਼ਨਾਂ ਵਾਸਤੇ ਆਏ ਦੋਵੇਂ ਜਾਣੇ। ਚੱਲ ਆਏ ਸ੍ਰੀ ਨਾਨਕ ਪਾਸੋ, ਆਪਣੇ ਘਰ ਤੋਂ ਚੱਲਦੇ ਚੱਲਦੇ ਗੁਰੂ ਨਾਨਕ ਸਾਹਿਬ ਜੀ ਪਾਸ ਸ੍ਰੀ ਕਰਤਾਰਪੁਰ ਸਾਹਿਬ ਆ ਗਏ ਹੈ। ਚਰਨ ਬੰਦਨਾ ਕਰ ਕਾ ਦੋ, ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਮੱਥਾ ਟੇਕ ਕੇ ਭਾਈ ਪ੍ਰਿਥਾ ਦੇ ਭਾਈ ਖੇਡਾ ਜੀ ਬੈਠੇ ਸ਼ਬਦ ਸੁਨਤ ਭੇਸੋ, ਬੈਠੇ ਹੋਏ ਐ ਸੰਗਤ ਦੇ ਵਿੱਚ ਤੇ ਸ਼ਬਦ ਦੀ ਵਿਚਾਰ ਸੁਣਨ ਲੱਗ ਪਏ। ਚਤਰ ਘਟੀ ਬੀਤੀ ਪਛਾਤੀ, ਜਦੋਂ 4 ਘੜੀਆਂ ਬੀਤ ਗਈਆਂ, 2 ਘੰਟੇ ਬੀਤ ਗਏ ਤੇ ਪਿੱਛੋਂ 300 ਬੋਲੇ ਪ੍ਰਭ ਇਸ ਭਾਂਤੀ, ਕਥਾ ਵਿਚਾਰ ਤੋਂ ਬਾਅਦ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਇਸ ਤਰ੍ਹਾਂ ਨਾਲ ਇਹਨਾਂ ਨਾਲ ਬੋਲੇ ਹੈ। ਜੋ ਕਛ ਕਾਮਨਾ ਹਿਰਦੇ ਤੁਮਾਰੇ, ਤੇ ਭਾਈ ਪ੍ਰਿਥਾ ਖੇਡਾ ਜੋ ਕੁਝ ਵੀ ਕਾਮਨਾ ਇੱਛਾ ਤੁਹਾਡੇ ਹਿਰਦੇ ਵਿੱਚ ਹੈਗੀ ਹੈ, ਜਾਚਹ ਪੂਰਹਿ ਸ੍ਰੀ ਕਰਤਾਰੇ, ਉਹ ਤੁਸੀਂ ਮੰਗ ਲਓ ਸਾਡੇ ਪਾਸੋਂ। ਸੁਭਾਏਮਾਨ ਕਰਤਾਰ ਪਰਮੇਸ਼ਰ ਆਪੇ ਪੂਰੀ ਕਰੇਗਾ। ਸ਼ਬਦ ਵਿਚਾਰ ਸੁਣਿਓ ਜਬ ਦੋਈ, ਜਦੋਂ ਹੀ ਦੋਨਾਂ ਨੇ ਸ਼ਬਦ ਦੀ ਵਿਚਾਰ ਸੁਣੀ ਹੈ, ਤਿਆਗ ਅਵਸਥਾ ਵਾਲੀ ਵੀ ਕਥਾ ਵਿੱਚ ਤੇ ਵਿਰਾਗ ਦੀ ਕਥਾ ਆ ਰਹੀ ਹੈ, ਹਿਰਦੇ ਸ਼ਾਂਤ ਪ੍ਰਾਪਤ ਤਬ ਹੋਈ, ਤਦੋਂ ਹੀ ਇਹਨਾਂ ਨੂੰ ਹਿਰਦੇ ਵਿੱਚ ਸ਼ਾਂਤੀ ਪ੍ਰਾਪਤ ਹੋਈ। ਪਦਾਰਥਾਂ ਦੀ ਤੇ ਚਾਨਣਾ ਹੀ ਖਤਮ ਹੋ ਗਈ ਸੀ। ਹਾਥ ਬੰਦ ਅਤ ਨਿਮੇ ਹੋਏ, ਨਿਮਰੇ ਹਾਥ ਬੰਦ ਅਤ ਨਿਮਰੇ ਹੋਏ, ਦੋਵੇਂ ਹੱਥ ਜੋੜੇ ਐ, ਬਹੁਤ ਨਿਮਰਤਾ ਦੇ ਸਹਿਤ ਗਰੀਬੀ ਦੇ ਸਹਿਤ ਹੋਏ ਐ। ਬੋਲੇ ਲੋਭ ਲਹਿਰ ਮਨ ਖੋਏ, ਮਨ ਵਿੱਚ ਜਿਹੜੀ ਲੋਭ ਦੀ ਲਹਿਰ ਦੀ ਤ੍ਰਿਸ਼ਨਾ ਦੀ ਅੱਗ ਹੈ ਉਹਨੂੰ ਖੋ ਕੇ ਬੋਲੇ ਐ। ਸ੍ਰੀ ਗੁਰ ਸੁਨਹੁ ਕਰਹੁ ਜੇ ਕਰਨਾ, ਗੁਰੂ ਨਾਨਕ ਸਾਹਿਬ ਜੀ ਕਿਰਪਾ ਦੇ ਘਰ ਮਹਾਰਾਜ, ਜੇ ਤੁਸੀਂ ਕਿਰਪਾ ਕਰਨੀ ਹੈ ਨਾ ਤੇ ਫਿਰ ਇਸ ਤਰ੍ਹਾਂ ਦੀ ਕਿਰਪਾ ਦਇਆ ਮਿਹਰ ਕਰੋ। ਚਰਨ ਸਰਨ ਨਿਜ ਦੀਜੈ ਪਰਨਾ, ਕੁਝ ਨਹੀਂ ਚਾਹੀਦਾ ਮਹਾਰਾਜ, ਆਪਣੇ ਚਰਨਾਂ ਦੇ ਸ਼ਰਨਾ, ਜਿਹੜੀ ਚਰਨਾਂ ਦੀ ਸ਼ਰਨ ਹੈ ਉਹਦਾ ਹੀ ਆਸਰਾ ਦਿਓ ਜੀ। ਜਾਣੈ ਸਗਲ ਜਗਤ ਅਸਾਰੇ, ਅਸੀਂ ਹੋਰ ਕੀ ਕਰਨਾ ਗੁਰੂ ਸਾਹਿਬ ਜੀ, ਤੁਹਾਡੇ ਚਰਨਾਂ ਦੀ ਸੁਖ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਇਹ ਗੁਰੂ ਕੇ ਸਿੱਖ ਮੰਗਦੇ ਹੈ।
ਜਿਹੜੇ ਸਾਡੇ ਵਰਗੇ ਗ੍ਰਹਿਸਥੀ ਸੰਸਾਰੀ ਹੈ, ਪੁੱਤ ਦੇ ਦਿਓ ਜੀ, ਦੁੱਧ ਦੇ ਦਿਓ ਜੀ, ਬੱਚੇ ਦੀ ਨੌਕਰੀ ਲਾ ਦਿਓ ਜੀ, ਚੰਗੇ ਥਾਂ ਟਿਕਾ ਦਿਓ, ਪਾਰ ਘੱਲ ਦਿਓ, ਬਾਹਰੋਂ ਆ ਜੇ, ਇਹ ਕੁਝ ਬਸ ਮੰਗੀ ਜਾਣਾ। ਜਿਹੜੇ ਰੱਬ ਦੇ ਪਿਆਰੇ ਉਹੀ ਕਹਿੰਦੇ ਮਹਾਰਾਜ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਕਿਉਂ ਚਾਹੀਦੀ ਭਾਈ? ਕਹਿੰਦੇ ਮਹਾਰਾਜ ਜੇ ਰਾਜ ਕਰ ਲਿਆ ਤੁਹਾਡੇ ਤੋਂ ਭੁੱਲ ਜਾਵਾਂਗੇ, ਰਾਜ ਹੀ ਕਰਦੇ ਰਹਿ ਜਾਵਾਂਗੇ, ਫਿਰ ਨਰਕ 'ਚ ਜਾ ਕੇ ਪੈ ਜਾਵਾਂਗੇ। ਜੇ ਮੁਕਤ ਹੋ ਗਏ ਤੇ ਸੱਚਾ ਪਾਤਸ਼ਾਹ ਤੁਹਾਡੀ ਸੇਵਾ ਨਹੀਂ ਪ੍ਰਾਪਤ ਹੋਣੀ, ਕਿਉਂਕਿ ਸਰੀਰ ਹੀ ਨਹੀਂ ਰਹਿ ਜਾਣਾ ਹੈ। ਅਸੀਂ ਚਾਹੁੰਦੇ ਸਰੀਰ ਮਿਲੇ, ਤੁਹਾਡੀ ਸੇਵਾ ਹੀ ਕਰਦੇ ਰਹੀਏ, ਸੰਗਤ ਦੀ ਸੇਵਾ ਕਰਦੇ ਰਹੀਏ, ਤੁਹਾਡੇ ਚਰਨਾਂ 'ਚ ਬੈਠੇ ਰਹੀਏ, ਇਹ ਸਾਨੂੰ ਚਾਹੀਦਾ ਮਹਾਰਾਜ। ਇਸ ਕਰਕੇ ਗੁਰੂ ਕੇ ਸਿੰਘੋ ਮਨ ਵਿੱਚ ਪ੍ਰੀਤੀ ਪਰਮੇਸ਼ਰ ਦੇ ਚਰਨਾਂ ਦੀ ਚਾਹੁੰਦੇ ਆ। ਇਹ ਗੁਰੂ ਕੇ ਸਿੱਖ ਵੀ ਇਹੀ ਕਹਿ ਰਹੇ ਹੈ, ਗੁਰੂ ਸਾਹਿਬ ਜੀ ਹੋਰ ਕੀ ਮੰਗਣਾ ਹੈ? ਤੁਹਾਡੇ ਚਰਨਾਂ ਦੀ ਜਿਹੜੀ ਸ਼ਰਨ ਦਾ ਆਸਰਾ ਹੀ ਮੰਗਦੇ ਹੋ, ਹੀ ਦੇ ਦਿਓ ਸਾਨੂੰ। ਸੁਪਨ ਪਦਾਰਥ ਜਾਣਹਿ ਸਗਲੋ ਜਗਤ ਸਾਰੇ। ਇਸ ਤਰ੍ਹਾਂ ਦਾ ਉਪਦੇਸ਼ ਦਿਓ ਵੀ ਜਿਹੜਾ ਸਾਰਾ ਸੰਸਾਰ ਹੈ ਉਹਨੂੰ ਅਸੀਂ ਝੂਠਾ ਨਾਸਵਾਨ ਜਾਣੀਏ। ਸੁਪਨ ਪਦਾਰਥ ਜੋ ਨਿਰਤਾਰੇ। ਜਿਵੇਂ ਵੀ ਜਿਸ ਉਪਦੇਸ਼ ਨਾਲ ਜਿਵੇਂ ਸੁਪਨੇ ਦੇ ਪਦਾਰਥ ਹੁੰਦੇ ਹੈ, ਇਵੇਂ ਇਸ ਵਾਂਗੂ ਹੀ ਪਰਪੱਕ ਕਰੀਏ ਵੀ ਸੁਪਨੇ, ਜਿਵੇਂ ਸੁਪਨੇ ਦੇ ਪਦਾਰਥ, ਰਾਤ ਕੋਈ ਸੁੱਤਾ ਆ ਸੁਪਨਾ ਵੇਖ ਲਿਆ ਰਾਜਾ ਬਣ ਜੇ, ਅੱਖਾਂ ਖੋਲੀਆਂ ਤੇ ਕੱਖ ਨਹੀਂ ਹੁੰਦਾ ਉਦੋਂ। ਇਹੋ ਜਿਹੀ ਅਵਸਥਾ ਮਹਾਰਾਜ ਬਖਸ਼ੋ। ਸੰਸਾਰ ਨੂੰ ਅਸੀਂ ਮਿੱਥਿਆ ਜਾਣੀਏ, ਸੁਪਨੇ ਦੇ ਪਦਾਰਥ ਦੀ ਤਾਂ ਹੀ ਪਰਪੱਕ ਕਰੀਏ ਜਿਵੇਂ ਸੁਪਨੇ ਦੇ ਪਦਾਰਥ ਨਾਸਵਾਨ ਮਿੱਥਿਆ ਝੂਠੇ ਹੁੰਦੇ ਹੈ। ਮਾਨ ਹੁਕਮ ਪ੍ਰਭ ਹਰਖ ਹੋਵੀਜੈ। ਤੇ ਸਦਾ ਹੀ ਪਰਮੇਸ਼ਰ ਦਾ ਹੁਕਮ ਮੰਨ ਕੇ ਤੇ ਅਸੀਂ ਖੁਸ਼ੀ ਦੇ ਵਿੱਚ ਹੋਈਏ ਜੀ। ਨਾਹੇ ਚਾਹੇ ਕਛ ਇਹ ਬਲ ਦੀਜੈ। ਸਾਨੂੰ ਕੁਝ ਨਹੀਂ ਮਹਾਰਾਜ ਚਾਹੀਦਾ, ਇਹੀ ਵਰ ਸਾਨੂੰ ਦਹੀਏ ਮਹਾਨ। ਬੋਲੇ ਸ੍ਰੀ ਪ੍ਰਭ ਹਮ ਪਗ ਤਹਵਾ। ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ ਹੈ, ਹੇ ਭਾਈ ਖੇਡਾ ਭਾਈ ਪ੍ਰਿਥਾ, ਸਾਡੇ ਜਿਹੜੇ ਚਰਨ ਹੈ ਨਾ ਉੱਥੇ ਹੁੰਦੇ ਐ। ਬਸ ਹੈ ਸਦਾ ਸਤ ਸੰਗਤ ਜਹਵਾ। ਜਿੱਥੇ ਸਤ ਸੰਗਤ ਹੁੰਦੀ ਹੈ, ਸਤ ਪੁਰਸ਼ਾਂ ਦੀ ਸੰਗਤ ਹੁੰਦੀ ਹੈ, ਉੱਥੇ ਹਮੇਸ਼ਾ ਸਾਡੇ ਚਰਨ ਵਸਦੇ, ਭਾਵ ਅਸੀਂ ਉੱਥੇ ਵਸਦੇ ਜਿੱਥੇ ਸਤਸੰਗ ਹੁੰਦੀ ਹੈ। ਤੇ ਇਸ ਤਰ੍ਹਾਂ ਵੀ ਸਤ ਸੰਗਤ ਵਿੱਚ ਗੁਰੂ ਜੀ ਦੇ ਚਰਨ ਕੀ ਹੈ? ਗੁਰੂ ਦੇ ਚਰਨ ਜਿਹੜੇ ਗੁਰੂ ਦੇ ਸ਼ਬਦ ਹੈ, ਇਹ ਗੁਰੂ ਦੇ ਚਰਨ ਹੈ ਤੇ ਇਹ ਸਤਸੰਗ ਵਿੱਚ ਹੀ ਵਸਦੇ ਹੈ ਨਾ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਜੀ ਦੇ ਚਰਨ ਹੈ ਤੇ ਇਹ ਸਤਸੰਗ, ਇੱਥੇ ਆਪਾਂ ਗੁਰੂ ਦਰਬਾਰ 'ਚ ਬੈਠੇ ਹਾਂ ਤੇ ਇਹ ਸਤਸੰਗ ਵਿੱਚ ਗੁਰੂ ਕੇ ਚਰਨ ਹੀ ਵਸ ਰਹੇ ਆ। ਮਹਾਰਾਜ ਜੀ ਨੇ ਡੂੰਘਾਈ ਨਾਲ ਇਹ ਬਚਨ ਕਿਹਾ ਵੀ ਜਿੱਥੇ ਸਤਸੰਗਤ ਹੁੰਦੀ ਹੈ, ਜਿੱਥੇ ਪਰਮੇਸ਼ਰ ਦੀ ਕਥਾ ਵਾਰਤਾ ਹੁੰਦੀ ਹੈ, ਇਹ ਭਾਈ ਪ੍ਰਿਥਾ ਭਾਈ ਖੇਡਾ, ਉੱਥੇ ਸਾਡੇ ਚਰਨ ਵਸਦੇ ਹਮੇਸ਼ਾ। ਸੰਤ ਸਭਨ ਕੀ ਸੇਵ ਕਰੀਜੈ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਦਾ ਵੀ ਭਾਈ ਸਤਸੰਗ ਕਰੋ, ਉੱਥੇ ਹੀ ਸਾਡੇ ਚਰਨ ਹੈ। ਤੇ ਗੁਰੂ ਕੀ ਸੰਗਤ ਤਾਈਓ ਵੱਡਿਆਂ ਭਾਗਾਂ ਨਾਲ ਹੁੰਦੀ। ਕਈ ਦਿਨ ਨੱਠ ਜਾਂਦੇ ਇੱਥੋਂ। ਤਿਨ ਮੈਂ ਮਿਲ ਕਰ ਪੜਿਆ ਕਰ ਜੀ ਦਾ ਅਰਥ ਨਹੀਂ। ਸੰਤ ਸਭਨ ਕੀ ਸੇਵ ਕਰੀਜੈ, ਜਿਹੜੇ ਸੰਤ ਸਾਰੇ ਰੱਬ ਦੇ ਪਿਆਰੇ ਸਿਮਰਨ ਭਗਤੀ ਵਾਲੇ, ਉਹਨਾਂ ਦੀ ਸੇਵਾ ਕਰਿਆ ਕਰੀਏ। ਤਿਨ ਮੈਂ ਮਿਲ ਕਰ ਸਮਾ ਬਤੀਜੈ। ਉਹਨਾਂ ਮਹਾਤਮਾ ਸੰਤਾਂ ਦੇ ਨਾਲ ਮਿਲ ਜੁਲ ਕਰਕੇ ਸਮਾਂ ਬਿਤਾਉਣਾ ਕਰੀਏ ਭਾਈ। ਸੰਤ ਕਰਤਾਰ ਭੇਦ ਕਛ ਨਾਹੀ। ਜੇ ਤੁਸੀਂ ਪੁੱਛੋ ਵੀ ਕਿਉਂ ਮਹਾਰਾਜ ਉਹਨਾਂ ਦੀ ਸੇਵਾ ਕਿਉਂ ਕਰੀ, ਤੇ ਅਸੀਂ ਕਹਿੰਦੇ ਭਾਈ ਪ੍ਰਿਥਾ ਖੇਡਾ, ਜਿਹੜੇ ਸੰਤ ਅਤੇ ਕਰਤਾਰ ਪਰਮੇਸ਼ਰ, ਉਹਨਾਂ ਵਿੱਚ ਕੋਈ ਭੇਦ ਨਹੀਂ ਹੁੰਦਾ। ਹਰ ਕਾ ਸੇਵਕ ਸੋ ਹਰ ਜਿਹਾ ਹੀ ਹੁੰਦਾ ਹੈ। ਦਿੜ ਨਿਸ਼ਚੈ ਧਾਰੋ ਮਨ ਮਾਹੀ। ਇਸ ਕਰਕੇ ਮਨ ਵਿੱਚ ਤੁਸੀਂ ਪੱਕਾ ਹੀ ਜਿਹੜਾ ਨਾ ਦ੍ਰਿੜ ਨਿਸ਼ਚਾ ਧਾਰੋ, ਯਕੀਨ ਭਰੋਸਾ ਧਾਰੋ। ਧਰਮ ਕਰਿਤ ਕਰ ਵੰਡ ਸੋ ਖਾਓ। ਧਰਮ ਦੀ ਦਸਾਂ ਨੌਵਾਂ ਦੀ ਕਿਰਤ ਕਰਕੇ ਵੰਡ ਛਕ ਕੇ ਖਾਓ। ਗੁਰੂ ਸਾਹਿਬ ਵੇਖ ਲਓ ਇੱਥੇ ਕੀ ਕਹਿ ਰਹੇ, ਅੱਗੇ ਕਹਿੰਦੇ ਮਹਾਰਾਜ ਕਹਿੰਦੇ ਵੀ ਕਿਰਤ ਕਰੋ, ਵੰਡ ਕਿਰਤ ਕਰੋ, ਨਾਮ ਜਪੋ। ਕਿਰਤ ਵੀ ਕਰਨੀ ਹੈ ਜੀ, ਪਰ ਕਿਰਤ ਮਹਾਰਾਜ ਕਿਹੜੀ ਕਹਿੰਦੇ ਆ? ਧਰਮ ਦੀ ਕਿਰਤ, ਦਸਾਂ ਨੌਵਾਂ ਦੀ ਕਿਰਤ। ਠੱਗੀ ਠੋਰੀ ਨਾ ਹੋਵੇ, ਕਿਸੇ ਦਾ ਜ਼ਮੀਨ ਜਾਇਦਾਦ ਨਾ ਹੜੱਪੀ ਹੋਵੇ, ਕਿਸੇ ਦਾ ਹੱਕ ਨਾ ਮਾਰਿਆ ਹੋਵੇ, ਗਰੀਬ ਦੀਆਂ ਦਿਹਾੜੀਆਂ ਨਾ ਮਾਰੀਆਂ ਹੋਣ। ਤੋ ਕਵੇ ਵੀ ਮੈਂ ਧਰਮ ਦੀ ਕਿਰਤ ਕਰਕੇ ਲੰਗਰ ਲਾਉਣਾ, ਉਹਦਾ ਕੋਈ ਫਾਇਦਾ ਨਹੀਂ ਹੈ। ਧਰਮ ਕਿਰਤ ਕਰ, ਧਰਮ ਦੀ ਭਾਵ ਧਰਮ ਵਿੱਚ ਪੱਕਿਆਂ ਰਹਿ ਕੇ
ਸੱਚੀ ਸੁੱਚੀ ਕਿਰਤ ਕਰੋ ਭਾਈ। ਉਹਨਾਂ ਕੀ ਕੱਢੋ, ਉਹਨਾਂ ਕੀ ਮਤਲਬ ਕੱਢੋ, ਉਹਨੇ ਕੀ ਪੈਸੇ ਕੱਢੋ ਜਿੰਨੇ ਕਿ ਤੁਹਾਨੂੰ ਹੀ ਵਾਰਾ ਖਾ ਜਾਣ। ਦੂਣੇ ਤੀਣੇ ਨਾ ਕੱਢੋ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਓ ਭਾਈ। ਚਰਨ ਸਰਨ ਨਿਤ ਇਉ ਜੇ ਕਮਾਓ। ਜਿਹੜੇ ਅਸੀਂ ਬਚਨ ਕਹੇ, ਜੇ ਤੁਸੀਂ ਵੀ ਐਸੇ ਚਰਨਾਂ ਦੀ ਸ਼ਰਨ ਹਮੇਸ਼ਾ ਹੀ ਕਮਾਓਗੇ, ਸਰਗੁਣ ਰੂਪ ਸਰੀਰ ਪਛਾਨੋ। ਤੇ ਤੁਸੀਂ ਨਿਹਾਲ ਹੋਗੇ। ਗੁਰੂ ਸਾਹਿਬ ਕਹਿੰਦੇ ਜਿਹੜਾ ਸਾਡਾ ਸਰੀਰ ਹੈ ਨਾ, ਤੁਹਾਨੂੰ ਸਾਹਮਣੇ ਦਿਖ ਰਿਹਾ ਭਾਈ, ਇਹ ਸਰਗੁਣ ਸਰੂਪ ਸਾਡਾ, ਪਛਾਣ ਲਓ, ਗੁਣਾਂ ਦੇ ਸਹਿਤ ਵਾਲਾ। ਸ਼ਬਦ ਹਿਰਦਾ ਮਮ ਨਿਰਗੁਣ ਮਾਨੋ। ਜਿਹੜੇ ਸਾਡੇ ਸ਼ਬਦ ਹੈ ਉਹ ਹਿਰਦਾ ਸਾਡਾ, ਉਹ ਸਾਡਾ ਨਿਰਗੁਣ ਸਰੂਪ ਮੰਨ ਲਓ। ਚੱਕਰ ਚਿਹਨਾ ਬਾਹਰਾ ਗੁਰੂ ਗ੍ਰੰਥ ਸਾਹਿਬ ਜੀ ਨਿਰਗੁਣ ਸਰੂਪ ਹੀ ਹਨ। ਇਸ ਤਰ੍ਹਾਂ ਮਿਲੇ ਸਰੀਰ ਬਿਸ਼ਰ ਸੇ ਜਾਵਹਿ। ਜਿਹੜੇ ਹੈ ਨਾ ਭਾਈ ਪ੍ਰਿਥਾ ਖੇਡਾ ਸਰੀਰ, ਇਹ ਤੇ ਮਿਲਦੇ ਆ ਤੇ ਵਿਛੜ ਵੀ ਜਾਂਦੇ ਆ। ਸ਼ਬਦ ਮਿਲੇ ਨਾ ਬਿਸ਼ਰ ਨ ਪਾਵਹਿ। ਤੇ ਸ਼ਬਦ ਜਿਹੜਾ ਕਦੀ ਵਿਛੜਦਾ ਨਹੀਂ ਹੈ, ਵੀ ਸ਼ਬਦ ਸਦਾ ਹੀ ਰਹਿ ਜਾਂਦੇ ਆ। ਹੁਣ ਅਸੀਂ ਮਿਲਦੇ ਜੁਲਦੇ ਰਵਾਂਗੇ, ਜਿਸ ਦਿਨ ਮਰ ਗਏ ਕੱਖ ਨਹੀਂ ਰਹਿਣਾ। ਤੇ ਜੇ ਸ਼ਬਦ ਕੋਈ ਬੋਲਾਂਗੇ, ਕੋਈ ਗੱਲ ਬੋਲ ਕੇ ਜਾਵਾਂਗੇ, ਉਹ ਸ਼ਬਦ ਨਹੀਂ ਮਰਦਾ। ਅਸੀਂ ਕਹਾਂਗੇ ਫਲਾਣਾ ਕਹਿੰਦਾ ਸੀ, ਆਹ ਗੱਲ ਕਹਿੰਦਾ ਹੁੰਦਾ ਸੀ, ਉਹ ਸ਼ਬਦ ਜਿੰਦਾ ਰਹਿੰਦਾ ਹੈ। ਗੁਰੂ ਮਹਾਰਾਜ ਕਹਿੰਦੇ ਸ਼ਬਦ ਮਿਲੇ, ਇਸ ਕਰਕੇ ਸ਼ਬਦ ਜਿਹੜੇ ਸਾਡਾ ਨਿਰਗੁਣ ਸਰੂਪ ਹੈ, ਇਸ ਨਾਲ ਮਿਲਿਆ ਕਦੀ ਵਿਛੜਨਾ ਨਹੀਂ ਪਾਈਦਾ, ਕਦੀ ਨਹੀਂ ਵਿਛੜੀਦਾ। ਤਿਨ ਸੁਨ ਕੈ ਸ੍ਰੀ ਨਾਨਕ ਬਾਣੀ। ਇਹਨਾਂ ਦੋਵਾਂ ਭਾਈ ਪ੍ਰਿਥਾ ਨੇ, ਭਾਈ ਖੇਡਾ ਨੇ ਗੁਰੂ ਸਾਹਿਬ ਜੀ ਦੀ ਬਾਣੀ ਬਚਨ ਸੁਣ ਕੇ ਤਿਸ ਬਿਦ ਕੀਨ ਨੀਕ ਮਨ ਮਾਨੀ। ਉਸੇ ਤਰ੍ਹਾਂ ਹੀ ਕਹਿੰਦੇ ਵਿਧੀ ਕੀਤੀ, ਢੰਗ ਕੀਤਾ, ਮਨ ਵਿੱਚ ਚੰਗੀ ਗੁਰੂ ਜੀ ਦੇ ਬਚਨਾਂ ਦੀ ਵਿਚਾਰ ਮੰਨ ਕੇ ਜੀਵਨ ਮੁਕਤ ਰੁਚਿਰ ਪਦ ਪਾਵਾ। ਜਿਸ ਕਰਕੇ ਜੀਂਦੇ ਇਹਨਾਂ ਜੀਵਨ ਮੁਕਤੀ ਦਾ ਸੋਹਣਾ ਪਦ ਪਾਇਆ। ਜੀਂਦੇ ਮੁਕਤ ਹੋ ਗਏ ਆ। ਵੀ ਜੀਂਦਿਆਂ ਮੁਕਤ ਕੀ ਹੈ? ਕੋਈ ਜਿਹੋ ਜਿਹੀ ਖੁਸ਼ੀ ਆ ਗਈ ਨੱਚਣਾ ਨਹੀਂ, ਗਮੀ ਆ ਗਈ ਜਿਹੜਾ ਰੋਣਾ ਨਹੀਂ। ਜੇ ਸੋਨਾ ਵੇਖ ਲਿਆ ਉਹਨੂੰ ਵੀ ਮਿੱਟੀ ਸਮਾਨ, ਮਿੱਟੀ ਨੂੰ ਵੀ ਮਿੱਟੀ ਸਮਾਨ। ਗੁਰੂ ਸਾਹਿਬ ਜੀ ਨੇ ਲਿਖਿਆ ਨਾ ਵੀ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਉਹਨੂੰ ਜੀਵਨ ਮੁਕਤ ਕਿਹਾ ਜਾਂਦਾ ਜਿਹਦੇ 'ਚ ਇਹੋ ਜਿਹੇ ਗੁਣ ਹੁੰਦੇ ਜਿਹੜਾ ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਨਾ ਜੇ ਕੋਈ ਨਿਰਾਦਰ ਕਰ ਦੇਵੇ ਕੋਈ ਪਰਵਾਹ ਨਹੀਂ, ਜੇ ਸਤਿਕਾਰ ਕਰ ਦੇਵੇ ਤੇ ਉਹਨੂੰ ਗੱਲ ਨਾਲ ਨਹੀਂ ਲਾਈ ਫਿਰਨਾ, ਸਭ ਨਾਲ ਇੱਕ ਬਰਾਬਰ ਵਰਤਣਾ। ਇਹ ਜੀਵਨ ਮੁਕਤੀ ਦਾ ਸੋਹਣਾ ਪਦ ਪਾਇਆ ਇਹਨਾਂ ਦੋਵਾਂ ਸਿੱਖਾਂ ਨੇ। ਜੀਵਨ ਮੁਕਤ ਰੁਚਿਰ ਪਦ ਪਾਵਾ। ਜੀਂਦਿਆਂ ਮੁਕਤ ਰਹਿਣਾ ਇਹ ਸੋਹਣਾ ਪਦ ਪਾਇਆ ਹੈ। ਸਤਿਗੁਰ ਬਚਨ ਹਿਰਦੈ ਠਹਿਰਾਵਾ। ਸਤਿਗੁਰ ਦਾ ਜਿਹੜਾ ਬਚਨ ਹੈ ਹਿਰਦੇ ਵਿੱਚ ਠਹਿਰਾਇਆ ਭਾਈ, ਧਾਰਿਆ ਤਾਂ ਕਰਕੇ। ਜਾਣਿਆ ਸਗਲ ਜਗਤ ਅਸਾਰਾ। ਤੇ ਇਹਨਾਂ ਨੇ ਸਾਰਾ ਜਿਹੜਾ ਜਗਤ ਅਸਾਰ ਮਿਥਿਆ ਜਾਣ ਲਿਆ, ਵੀ ਝੂਠਾ ਨਾ ਸਮਾਨ ਹੈ। ਬਾਹਰ ਨਾ ਪ੍ਰਾਪਤ ਭਾ ਸੰਸਾਰਾ। ਜਿਸ ਕਰਕੇ ਸੰਸਾਰ ਵਿੱਚ ਜੰਮ ਕੇ ਆਉਣਾ, ਮਰ ਕੇ ਜਾਣਾ, ਇਹਨਾਂ ਨੂੰ ਫਿਰ ਪ੍ਰਾਪਤ ਨਹੀਂ ਹੋਇਆ। ਕਿਤਕ ਸਮਾਂ ਜਬ ਤਹਾਂ ਗੁਜ਼ਾਰਾ। ਕਿੰਨਾ ਸਮਾਂ ਜਦੋਂ ਇਹਨਾਂ ਨੇ ਉੱਥੇ ਗੁਜ਼ਾਰਿਆ ਹੈ। ਇੱਕ ਦਿਨ ਬੈਠੇ ਮੋਖ ਉਦਾਰਾ। ਇੱਕ ਦਿਨ ਮੁਕਤੀ ਦੇ ਦਿਨ ਵਿੱਚ ਬੜੇ ਸਖੀ ਦਾਦੇ ਸਤਿਗੁਰੂ ਜੀ ਬੈਠੇ ਹੋਏ ਸੀ। ਜਾਂ ਵੀ ਕਿਤਕ ਸਮਾਂ ਜਬ ਤਹਾਂ ਗੁਜ਼ਾਰਾ, ਇਹਦੇ ਸਿੱਖ ਨਿਹਾਲ ਹੋ ਗਏ, ਮੁਕਤ ਹੋ ਗਏ ਹੈ। ਅਤੇ ਕੁਝ ਕੁ ਸਮਾਂ ਜਦੋਂ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਹੋਰ ਗੁਜ਼ਾਰਿਆ। ਇੱਕ ਦਿਨ ਗੁਰੂ ਮਹਾਰਾਜ ਸੋਹਣੇ ਆਸਨਾਂ 'ਤੇ ਬੈਠੇ ਹੋਏ ਸਨ ਮੁਕਤੀ ਦਾ। ਅਤੇ ਫਿਰ ਗੁਰੂ ਕੇ ਸਿੱਖ 2-3 ਜਿਹੜੇ ਹੋਰ ਆਏ, ਉਹਨਾਂ ਨੂੰ ਉਪਦੇਸ਼ ਕੀਤਾ। ਜਿਵੇਂ ਉਹ ਨਿਹਾਲ ਹੋ ਕੇ ਗਏ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ। ਜਾਣਿਓ ਸਗਲ ਜਗਤ ਅਸਾਰਾ। ਬਾਹਰ ਨਾ ਪ੍ਰਾਪਤ ਭਾ ਸੰਸਾਰਾ। ਕਿਤਕ ਸਮਾਂ ਜਬ ਤਹਾਂ ਗੁਜ਼ਾਰਾ। ਇੱਕ ਦਿਨ ਬੈਠੇ ਮੁਖ ਉਦਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।